धारद देख सबको हंसै, ऐसी दशा हमारी। अष्ट दशा सिद्ध करत लै, सब कृपा तुम्हारी। तू जानत मैं किछ नहीं, पाव खंडन राम। सगल जिया शरणागति, प्रभ पूरन काम। गुरु प्यारी साध संगत जी, जय गुरुदेव, धन गुरुदेव। उस परम पिता परमेश्वर रब दे चरनां विच कोट कोट प्रणाम। मालक आप जी उपर मेहर भरिया हथ रखे, जो कि आप जी बड़े ही प्रेम भावना शरधा भावना नाल सज के बैठे हो जी। उस मालक दे परमात्मा दे घर दियां खुशियां प्राप्त करने वास्ते सो मालक आप जी नूं तंदुरुस्तियां बख्शे, देह रोगता बख्शे। आपां हमेशा दी तरह अज भी गुरबाणी विचों शब्द सलोक लैके उस उपर विचार करांगे जी। सो आप जी नूं साधु संतां महापुरखां द्वारा सुनाईयां गईयां साखियां भी आप जी नूं सरवण करावांगा जी। आप जी बस इस तरह ही सज के बड़े प्रेम नाल सरवण करना जी। गुरबाणी पढ़दे विचारां करदे बहुत सारियां गलतियां हो जांदियां हन। आप जी बच्चा समझ के, अनजान समझ के माफ़ कर देना जी। आओ गुरु प्यारिओ, आपां बड़े ही प्रेम सहित सतगुरु जी उस मालक दी उपमा सरवण करिए जी। आप जी बड़े ही प्रेम नाल सरवण करना जी। अज आपां श्री गुरु तेग बहादुर साहब जी दी बाणी विचों शब्द लै रहे हाँ जी। सोरठ महला 9वां। मन रे प्रभ की सरन विचारो, जह सिमरत गनकासी उदरी, ताको जस उर तारो। रहाओ। अटल प्यो तुआ जाकै, सिमरन अर निर्भय पद पाया। दुख हरताए बिद को स्वामी, तै काहे बिसराया। जब ही सरन गही कृपा निध, गज ग्रह ते छूटा। महिमा नाम कहाँ लो वर्णो, राम कहत बंधन ते टूटा। अजामल पापी जग जानै, निमख माहे निस्तारा। नानक कहत चेत चिंता मन, तै पी उतरह पारा। गुरु प्यारे साध संगत जी, इस शब्द दे विच श्री गुरु तेग बहादुर साहब जी
ਦੋ ਇਨਸਾਨ ਅਤੇ ਦੋ ਜਾਨਵਰਾਂ ਦਾ ਜੀਵਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਆਪਣੇ ਅੰਤ ਸਮੇਂ ਉਸ ਮਾਲਕ ਨੂੰ ਧਿਆ ਕੇ ਆਪਣੀ ਆਤਮਾ ਦਾ ਉਧਾਰ ਕੀਤਾ, ਜਨਮ ਮਰਨ ਦੇ ਬੰਧਨਾਂ ਤੋਂ ਛੁਟਕਾਰਾ ਪਾ ਕੇ ਉਸ ਮਾਲਕ ਵਿੱਚ ਸਮਾ ਗਏ। ਇਸ ਕਰਕੇ ਇਹਨਾਂ ਜੀਵਾਂ ਦਾ ਨਾਮ ਅਤੇ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਜੀ। ਸ੍ਰੀ ਗੁਰੂ ਅਰਜਨ ਦੇਵ ਜੀ ਵੀ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਹਨ, ਕਿਨਕਾ ਏਕ ਜਿਸ ਜੀਅ ਵਸਾਵੈ, ਤਾਂ ਕਿ ਮਹਿਮਾਨ ਗਣੀ ਨਾ ਆਵੈ। ਭਾਵ ਕਿ ਇੱਕ ਬਹੁਤ ਹੀ ਛੋਟੇ ਜਿਹੇ ਕਣ, ਬਹੁਤ ਹੀ ਨਿੱਕਾ ਜਿਹਾ ਨਿੱਕੀ ਜਿਹੀ ਚੀਜ਼, ਜੇਕਰ ਮਨੁੱਖ ਉਸ ਮਾਲਕ ਨੂੰ ਸੱਚੇ ਦਿਲੋਂ ਆਪਣੇ ਅੰਦਰ ਸਮਾ ਲਵੇ, ਵਸਾ ਲਏ, ਤਾਂ ਉਸ ਦਾ ਵੀ ਲੇਖਾ ਕੱਟਿਆ ਜਾਂਦਾ ਹੈ। ਇੰਨੀ ਸ਼ਕਤੀ ਹੈ ਉਸ ਮਾਲਕ ਦੇ ਨਾਮ ਅੰਦਰ। ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੈਨੂੰ ਵੀ ਉਸ ਪਰਮ ਪਿਤਾ ਪਰਮੇਸ਼ਰ ਦੇ ਦੀਦਾਰ ਹੋ ਜਾਵੇ ਜਾਂ ਮਿਲਾਪ ਹੋ ਜਾਵੇ, ਪਰ ਇਹ ਇੰਨਾ ਸੌਖਾ ਨਹੀਂ। ਇਸ ਵਾਸਤੇ ਬਹੁਤ ਹੀ ਘਾਲਣਾ ਕਰਨੀ ਪੈਂਦੀ ਹੈ, ਘਾਲਣੀ ਪੈਂਦੀ ਹੈ। ਆਪਾਂ ਕੁਰਬਾਨ ਕਰਨਾ ਪੈਂਦਾ ਹੈ, ਆਪਣਾ ਆਪ ਮਿਟਾਉਣਾ ਪੈਂਦਾ ਹੈ। ਭਾਵ ਕਿ ਦਾਸਾਂ ਦੇ ਦਾਸ ਬਣ ਕੇ ਵੀ ਜੋ ਥੋੜਾ ਕੁਝ ਕੰਮ ਬਣ ਜਾਵੇ ਤਾਂ ਬਹੁਤ ਚੰਗੇ ਭਾਗ ਹੋਣਗੇ। ਉਹ ਵੀ ਜੇਕਰ ਕਿਸੇ ਪੂਰਨ ਸੰਤ ਸਤਿਗੁਰੂ ਦੀ ਸੰਗਤ ਸੇਵਾ ਕਰਕੇ ਨਾਮ ਦੀ ਪ੍ਰਾਪਤੀ ਹੋ ਜਾਵੇ, ਫਿਰ ਸਤਿਗੁਰੂ ਜੀ ਖੁਸ਼ ਹੋ ਜਾਵੇ ਤਾਂ ਬਹੁਤ ਬਖਸ਼ਿਸ਼ਾਂ ਹੋ ਜਾਂਦੀਆਂ ਹਨ। ਜਿਵੇਂ ਕਿਸੇ ਨੇ ਲਿਖਿਆ ਹੈ ਕਿ ਮੈਂ ਮੇਰੀ ਨੂੰ ਮਾਰ ਕੇ ਨਿੱਕੀ ਨਿੱਕੀ ਕੁੱਟ, ਭਰੇ ਖਜ਼ਾਨੇ ਸਾਹਿਬ ਕੇ ਨੀਵਾਂ ਹੋ ਕੇ ਲੁੱਟ। ਜੇਕਰ ਸੰਤ ਮਤ ਉੱਪਰ ਚੱਲਣਾ ਹੈ ਤਾਂ ਆਪਣੇ ਆਪ ਨੂੰ ਨਿਮਰਤਾ, ਦਇਆ, ਹਉਮੈ ਨੂੰ ਖਤਮ ਕਰਕੇ ਨੀਵਾਂ ਹੋ ਕੇ ਆ ਉਹਨਾਂ ਦੇ ਦਰ ਤੇ ਦਰਬਾਰ ਦੇ ਵਿੱਚ ਅਤੇ ਉਸ ਮਾਲਕ ਦੇ ਹੁਕਮ ਅੰਦਰ ਰਹਿ। ਕਬੀਰ ਜੀ ਮਹਾਰਾਜ ਜੀ ਫਰਮਾਉਂਦੇ ਹਨ, ਕਬੀਰ ਕੁਕਰ ਰਾਮ ਕੋ ਮੁਤਿਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਹਾਂ ਖੀंचै ਤਹਾਂ ਜਾਉ। ਕਬੀਰ ਜੀ ਕਹਿ ਰਹੇ ਹਨ, ਹੇ ਮਾਲਕ, ਮੈਂ ਤੇਰੇ ਦਰ ਦਾ ਕੁੱਤਾ ਹਾਂ, ਮੇਰਾ ਨਾਮ ਮੁਤਿਆ ਹੈ ਅਤੇ ਮੇਰੇ ਗਲੇ ਵਿੱਚ ਤੇਰੇ ਨਾਮ ਦੀ ਜੇਵਰੀ ਸੰਗਲੀ ਪਾਈ ਹੈ। ਜਿਸ ਪਾਸੇ ਨੂੰ ਖਿੱਚਦਾ ਹੈ ਮੈਂ ਉਸੇ ਪਾਸੇ ਹੀ ਆਪ ਜੀ ਦੇ ਹੁਕਮ ਅਨੁਸਾਰ ਚਲਾ ਜਾਂਦਾ ਹਾਂ। ਇੰਨਾ ਪ੍ਰੇਮ ਹੋਣਾ ਚਾਹੀਦਾ ਹੈ ਮਾਲਕ ਨਾਲ। ਪਰ ਅਸੀਂ ਇਨਸਾਨੀ ਜੀਵ ਸੰਤਾਂ ਮਹਾਂਪੁਰਖਾਂ ਦੇ ਉਪਦੇਸ਼ ਤੇ ਬਿਲਕੁਲ ਨਹੀਂ ਚੱਲਦੇ। ਸਾਡੇ ਅੰਦਰ ਇਸ ਤਰ੍ਹਾਂ ਦਾ ਪ੍ਰੇਮ ਭੈ ਹੈ ਹੀ ਨਹੀਂ। ਅਸੀਂ ਔਗਣਾਂ ਦੇ ਨਾਲ ਭਰੇ ਹੋਏ ਹਾਂ। ਸ੍ਰੀ ਗੁਰੂ ਰਵਿਦਾਸ ਜੀ ਬਾਣੀ ਵਿੱਚ ਫਰਮਾਉਂਦੇ ਹਨ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਹ ਮੈਂ ਤਾਕੀ ਕੇਤਕ, ਪੰਚ ਦੋਖ ਅਸਾਧ ਜਾ ਮੈਂ ਤਾਕੀ ਕੇਤਕ ਆਸ। ਭਾਵ ਕਿ ਹਿਰਨ ਜੋ ਕਿ ਕਸਤੂਰੀ ਦੀ ਜਦੋਂ ਸੁਗੰਧ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਤਾਂ ਉਹ ਇੱਧਰ ਉੱਧਰ ਜੰਗਲਾਂ ਵਿੱਚ ਭੱਜਦਾ ਹੈ। ਉਹ ਜੋ ਸੁਗੰਧੀ ਹੈ ਉਸ ਨੂੰ ਪਾਉਣ ਵਾਸਤੇ, ਪਰ ਜੋ ਸੁਗੰਧ ਹੈ ਉਸ ਦੀ ਧੁਨੀ ਨਾਭੀ ਵਿੱਚੋਂ ਹੀ ਆਉਂਦੀ ਹੈ, ਉਸ ਨੂੰ ਪਤਾ ਨਹੀਂ ਹੈ। ਇਸ ਤਰ੍ਹਾਂ ਉਹ ਸ਼ਿਕਾਰੀਆਂ ਦੇ ਹੱਥ ਜਾਂ ਦੂਸਰੇ ਜਾਨਵਰਾਂ ਦੇ ਹਵਾਲੇ ਆ ਜਾਂਦਾ ਹੈ, ਸਿਰਫ ਇੱਕ ਸੁਗੰਧ ਕਰਕੇ ਅਤੇ ਇੱਕ ਘੰਡੇ ਹੇੜੇ ਦਾ ਰਾਗ ਸੁਣਨ ਦਾ ਚਸਕਾ ਸ਼ਿਕਾਰੀ ਵਜਾ ਕੇ ਉਸ ਨੂੰ ਆਪਣੇ ਵੱਲ ਖਿੱਚ ਲੈਂਦੇ ਹਨ। ਮੱਛੀ ਨੂੰ ਜੀਵ ਦਾ ਸਵਾਦ, ਭੌਰਾ ਫੁੱਲਾਂ ਦੀ ਵਾਸ਼ਨਾ ਦਾ ਲੋਭੀ ਹੈ, ਭੰਬਟ ਪਤੰਗਾ ਦੀਵੇ ਦੇ ਪ੍ਰਕਾਸ਼ ਦਾ ਆਸ਼ਕ ਹੈ, ਤੇ ਹਾਥੀ ਨੂੰ ਕਾਮ ਵਾਸ਼ਨਾ ਹੁੰਦੀ ਹੈ। ਇਹਨਾਂ ਵਿੱਚ ਸਿਰਫ ਇੱਕ ਹੀ ਦੋਸ਼ ਹੈ, ਜਿਸ ਕਾਰਨ ਇਹ ਆਪਣੇ ਰਸਤੇ ਤੋਂ ਭਟਕ ਉਖੜ ਜਾਂਦੇ ਹਨ। ਆਪਣਾ ਜੀਵਨ ਨਾਸ
ਕਰ ਲੈਂਦੇ ਹਨ। ਪਰ ਸਾਡੇ ਇਨਸਾਨ ਅੰਦਰ 5 ਹਨ। ਸਾਡਾ ਜ਼ਿਆਦਾ ਔਖਾ ਹੈ। ਸਾਨੂੰ ਮਾਲਕ ਨੇ ਇਹ ਇਨਸਾਨੀ ਜਾਮਾ ਜੋ ਕਿ ਬਹੁਤ ਹੀ ਉੱਚੇ ਭਾਗਾਂ ਕਾਰਨ ਮਿਲਦਾ ਹੈ, ਤੇ ਉਸ ਮਾਲਕ ਦੀ ਪ੍ਰਾਪਤੀ ਵਾਸਤੇ ਸਾਰੇ ਸੁੱਖ ਵੀ ਦਿੱਤੇ ਹਨ। ਸਮਝਣ ਵਾਸਤੇ ਦਿਮਾਗ ਵੀ ਦਿੱਤਾ ਹੈ। ਚੰਗੀ ਮਾੜੀ ਗੱਲ ਸੋਚ ਸਮਝ ਸਕਦੇ ਹਾਂ। ਬੋਲਣ ਵਾਸਤੇ ਜ਼ੁਬਾਨ ਵੀ ਦਿੱਤੀ ਹੈ। ਹੱਥ ਪੈਰ ਸੇਵਾ ਕਰਨ ਵਾਸਤੇ ਸਭ ਕੁਝ ਦਿੱਤਾ। ਪਰ ਅਸੀਂ ਫਿਰ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੀ ਲਪੇਟ ਵਿੱਚ ਆ ਹੀ ਜਾਂਦੇ ਹਾਂ। ਕੋਈ ਨਾ ਕੋਈ ਦੋਸ਼ ਘੇਰ ਹੀ ਲੈਂਦਾ ਹੈ। ਅਸੀਂ ਸੋਚਦੇ ਹਾਂ ਕਿ ਸਾਨੂੰ ਨਾਮ ਦੀ ਪ੍ਰਾਪਤੀ ਹੋ ਗਈ ਹੈ, ਬਸ ਅਸੀਂ ਹੁਣ ਸਿੱਧੇ ਹੀ ਸੱਚਖੰਡ ਹੀ ਜਾਣਾ ਹੈ। ਬਿਲਕੁਲ ਗਲਤ। ਅਸੀਂ ਨਾਮ ਨੂੰ ਬਿਨਾਂ ਸਿਮਰੇ, ਬਿਨਾਂ ਭਜਨ ਕੀਤੇ, ਸੇਵਾ ਕੀਤੇ ਉਸ ਮਾਲਕ ਨੂੰ ਪਾਉਣ ਵਾਸਤੇ ਬਹੁਤ ਹੀ ਘੋਰ ਤਪੱਸਿਆ ਕਰਨੀ ਪੈਂਦੀ ਹੈ। ਉਸ ਦੇ ਭਾਣੇ ਹੁਕਮ ਵਿੱਚ ਰਹਿਣਾ ਤੇ ਮੰਨਣਾ ਪੈਂਦਾ ਹੈ। ਸੰਤ ਸਤਿਗੁਰੂ ਮਹਾਂਪੁਰਖ ਸਾਨੂੰ ਇਹਨਾਂ ਮਾੜੀਆਂ ਚੀਜ਼ਾਂ ਦਾ ਸੇਵਨ ਖਾਣ ਤੋਂ ਵੀ ਰੋਕਦੇ ਹਨ, ਜਿਵੇਂ ਕਿ ਮੀਟ, ਸ਼ਰਾਬ, ਤੰਬਾਕੂ ਦੀ ਵਰਤੋਂ ਨਹੀਂ ਕਰਨੀ ਅਤੇ ਆਪਣੇ ਜੀਵਨ ਨੂੰ, ਆਪਣਾ ਆਚਰਣ ਵੀ ਉੱਚਾ ਸੁੱਚਾ ਰੱਖਣਾ ਹੈ। ਮਾਲਕ ਦਾ ਨਾਮ, ਸੇਵਾ, ਭਜਨ ਕਰਕੇ ਆਪਣਾ ਜੀਵਨ ਚੰਗੀ ਤਰ੍ਹਾਂ ਅੱਛੇ ਇਨਸਾਨ ਬਣ ਕੇ ਜਿਉਣਾ ਹੈ। ਪਰ ਇਹਨਾਂ ਮਾੜੀਆਂ ਚੀਜ਼ਾਂ ਨੂੰ ਨਾ ਖਾਣ ਪੀਣ ਤੋਂ ਇਲਾਵਾ, ਜੋ ਕਿ ਅਸੀਂ ਖਾਂਦੇ ਵੀ ਨਹੀਂ ਹਾਂ, ਪੀਂਦੇ ਵੀ ਨਹੀਂ ਹਾਂ, ਉਹ ਇਹਨਾਂ ਤੋਂ ਵੀ ਮਾੜੀਆਂ ਹਨ। ਉਹ ਕਿਹੜੀਆਂ? ਜਿਵੇਂ ਝੂਠ, ਨਿੰਦਿਆ, ਚੁਗਲੀ, ਨਫ਼ਰਤ, ਦਵੈਸ਼, ਠਗੀਆਂ, ਚਲਾਕੀਆਂ, ਹੰਕਾਰ, ਧੋਖਾ, ਮੈਂ ਮੇਰੀ, ਹਉਮੈ, ਈਰਖਾ ਕਰਨੀ, ਲਾਲਚ, ਬਹੁਤ ਸਾਰੀਆਂ ਹਨ। ਜੇਕਰ ਅਸੀਂ ਉਹ ਬੁਰੀਆਂ ਚੀਜ਼ਾਂ ਖਾਣ ਤੋਂ ਬਚੇ ਹਾਂ ਤਾਂ ਅਸੀਂ ਆਪਣਾ ਇਹਨਾਂ ਮਾੜੀਆਂ ਚੀਜ਼ਾਂ ਨਾਲ ਦਿਮਾਗ, ਸੋਚਾਂ ਨਾਲ ਭਰਿਆ ਹੋਇਆ ਹੈ। ਬਹੁਤ ਜ਼ਹਿਰ ਬਣਾਈ ਬੈਠੇ ਹਾਂ ਅੰਦਰ। ਇਸ ਕਰਕੇ ਦੁਖੀ ਹਾਂ, ਭਟਕਦੇ ਹਾਂ, ਟਿਕਾਓ ਨਹੀਂ ਹੈ, ਸ਼ਾਂਤੀ ਨਹੀਂ ਹੈ। ਕਿਉਂਕਿ ਸਾਡੇ ਅੰਦਰ ਦਇਆ, ਭਲਾਈ, ਸਬਰ, ਪ੍ਰੇਮ, ਪਿਆਰ, ਨਿਮਰਤਾ, ਸਹਿਣਸ਼ੀਲਤਾ, ਭਾਈਚਾਰਾ, ਇਨਸਾਨੀਅਤ, ਚੰਗਾ ਵਿਵਹਾਰ ਕਰਨਾ, ਆਦਰ, ਸਤਿਕਾਰ, ਬਹੁਤ ਸਾਰੇ ਚੰਗੇ ਗੁਣ ਹੋਰ ਹਨ। ਇਹ ਨਹੀਂ ਹਨ, ਘੱਟ ਹਨ। ਜੇਕਰ ਅਸੀਂ ਸਾਰੀਆਂ ਬੁਰਾਈਆਂ ਨੂੰ ਕੱਢ ਕੇ ਆਪਣੇ ਅੰਦਰ ਚੰਗੇ ਸੁਭਾਅ, ਚੰਗੇ ਗੁਣ ਪੈਦਾ ਕਰ ਲਈਏ ਤਾਂ ਸਾਨੂੰ ਬਹੁਤ ਹੀ ਜਲਦੀ ਅਤੇ ਸੌਖਾ ਉਸ ਮਾਲਕ ਨਾਲ ਮਿਲਾਪ ਹੋ ਜਾਵੇਗਾ। ਪਰਮਾਤਮਾ ਸਿਰਫ ਪ੍ਰੇਮ ਭਗਤ ਦਾ ਭੁੱਖਾ ਹੈ। ਉਸ ਨੂੰ ਹੰਕਾਰ, ਨਿੰਦਿਆ, ਚੁਗਲੀ, ਮਾੜੇ ਕੰਮ ਨਹੀਂ ਪਾਉਂਦੇ। ਪਰ ਇਹ ਸਾਰਾ ਕੁਝ ਪ੍ਰਾਪਤ ਕਰਨ ਵਾਸਤੇ ਬਹੁਤ ਹੀ ਉੱਚੀ ਸੁੱਚੀ ਭਾਵ, ਚੰਗੀ ਸੋਚ ਰੱਖਣੀ ਪੈਂਦੀ ਹੈ। ਪਰਮਾਤਮਾ ਕਰੇ ਸਾਰਿਆਂ ਵਿੱਚ ਚੰਗੇ ਗੁਣ ਭਰੇ, ਤਾਂ ਕਿ ਉਸ ਪਰਮਾਤਮਾ ਦੇ ਦੀਦਾਰ, ਉਸ ਦੀ ਖੁਸ਼ੀ ਪ੍ਰਾਪਤ ਕਰ ਸਕੀਏ। ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਫਰਮਾਇਆ ਹੈ, ਸਾਚ ਕਹੂੰ ਸੁਣ ਲਹਿ ਸਵੇ, ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ। ਸ਼੍ਰੀ ਕਬੀਰ ਜੀ ਵੀ, ਮਹਾਰਾਜ ਜੀ ਵੀ ਬਾਣੀ ਵਿੱਚ ਫਰਮਾਉਂਦੇ ਹਨ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਸ਼੍ਰੀ ਕਬੀਰ ਜੀ ਮਹਾਰਾਜ ਸਮਝਾ ਰਹੇ ਹਨ ਕਿ ਹੇ ਇਨਸਾਨ, ਪਹਿਲਾਂ ਆਪਣੇ ਆਪ ਨੂੰ ਮਿਟਾ, ਹਉਮੈ ਨੂੰ ਖਤਮ ਕਰ, ਦੁਨਿਆਵੀ ਸੁੱਖਾਂ ਦੀ ਆਸ ਛੱਡ, ਲਾਲਚ ਛੱਡ ਅਤੇ ਸੰਗਤਾਂ ਦੇ ਚਰਨਾਂ ਦੀ ਧੂੜ ਦੀ ਵੀ ਧੂੜ ਬਣ ਕੇ ਆ। ਇਸ ਰਸਤੇ ਤੇ ਆਉਣਾ ਹੈ ਜੇਕਰ ਉਸ ਮਾਲਕ ਨੂੰ ਮਿਲਣਾ ਹੈ ਤਾਂ, ਨਹੀਂ ਤਾਂ ਫਜ਼ੂਲ ਹੈ ਸਭ ਕੁਝ ਕਰਨਾ। ਇੱਕ ਪਰਮਾਤਮਾ ਦਾ ਨਾਮ ਹੀ ਹੈ, ਜਿਸ ਨੂੰ ਜਪਣ ਨਾਲ, ਆਪਣੇ ਹਿਰਦੇ ਅੰਦਰ ਵਸਾਉਣ ਨਾਲ ਹੀ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੁੰਦਾ ਹੈ। ਅਤੇ ਜੋ ਵੀ ਇਨਸਾਨ ਉਸ ਪਰਮਾਤਮਾ ਨਾਲ ਪ੍ਰੇਮ ਪਾ ਲੈਂਦਾ ਹੈ, ਇਸ਼ਕ ਕਰਦਾ ਹੈ, ਉਹ ਫਿਰ ਕਿਸੇ ਨਾ ਕਿਸੇ ਬਹਾਨੇ ਆਪਣੇ ਪਿਆਰਿਆਂ ਨੂੰ, ਸੇਵਕਾਂ ਨੂੰ ਦੀਦਾਰ ਦੇ ਹੀ ਦਿੰਦਾ ਹੈ। ਅਤੇ ਫਿਰ ਉਸ ਦਾ ਜੀਵਨ, ਉਸ ਜੀਵ ਦਾ ਦੁਨੀਆ ਤੇ ਆਉਣਾ ਜਾਣਾ, ਜਨਮ ਮਰਨ ਤੋਂ ਰਹਿਤ ਕਰ ਦਿੰਦਾ ਹੈ। ਉਸ ਆਤਮਾ ਦਾ ਉਧਾਰ ਹੋ ਜਾਂਦਾ ਹੈ।
ਮੁਕਤੀ ਹੋ ਜਾਂਦੀ ਹੈ। ਉਹ ਜੀਵ ਉਸ ਮਾਲਕ ਦੀ ਜੋਤ ਵਿੱਚ ਹੀ ਸਮਾ ਜਾਂਦਾ ਹੈ। ਇਸ ਕਰਕੇ satsang ਵਿੱਚ ਆਉਣਾ, ਬੈਠਣਾ, ਸੁਣਨਾ ਬਹੁਤ ਹੀ ਧਿਆਨ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਪਰਮਾਤਮਾ ਆਪ ਹੀ ਸੰਗਤ ਵਿੱਚ ਆ ਕੇ ਬੈਠਾ ਹੁੰਦਾ ਹੈ। ਆਪਾਂ ਬਹੁਤ ਸਾਖੀਆਂ ਵਿੱਚ ਸੁਣਦੇ ਹਾਂ, ਪਰਮਾਤਮਾ ਨੂੰ ਮਿਲਣ ਵਾਸਤੇ ਸਭ ਤੋਂ ਪਹਿਲਾਂ ਸਤ ਸੰਗਤ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਫਰਮਾਇਆ ਗਿਆ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜੋ ਵੀ ਇਨਸਾਨ ਜੀਵ ਭਵਜਲ ਤਰਿਆ, ਉਹ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਸਤ ਸੰਗਤ ਸੁਣ ਕੇ ਹੀ ਤਰਿਆ। ਕਦੇ ਵੀ ਕੋਈ ਕਿਸੇ ਪ੍ਰਧਾਨ ਮੰਤਰੀ ਜਾਂ ਮੰਤਰੀ ਜਾਂ ਹੋਰ ਮਾੜੀਆਂ ਸੰਗਤਾਂ ਨਾਲ ਨਹੀਂ ਤਰਿਆ। ਜਿਵੇਂ ਆਪਾਂ ਸਾਰੇ ਸਾਖੀ ਤੋਂ ਵਾਕਫੀ ਹੈ, ਇੱਕ ਛੋਟੀ ਜਿਹੀ ਸਾਖੀ, ਜਿਸ ਵੇਲੇ ਸ਼ਿਵਜੀ ਮਹਾਰਾਜ ਜੀ ਜਦੋਂ ਪਾਰਵਤੀ ਨੂੰ ਅਮਰ ਕਥਾ ਸੁਣਾਉਂਦੇ ਸੀ ਤਾਂ ਉਸ ਨੂੰ ਅੱਧ ਵਿਚਕਾਰ ਵਿੱਚ ਆ ਕੇ ਨੀਂਦ ਆ ਗਈ। ਉਹ ਕਥਾ ਪੂਰੀ ਨਹੀਂ ਸੁਣ ਸਕੀ, ਪਰ ਇੱਕ ਕਬੂਤਰਾਂ ਦਾ ਜੋੜਾ ਉੱਥੇ ਬੈਠਾ ਇਹ ਸਾਰਾ ਕੁਝ ਸੁਣ ਰਿਹਾ ਸੀ, ਉਹ ਅਮਰ ਹੋ ਗਿਆ। ਆਪਾਂ ਇਸ ਤਰ੍ਹਾਂ ਇਸ ਸਾਖੀ ਬਾਰੇ ਸਾਰਿਆਂ ਨੂੰ ਸੁਣਿਆ ਹੀ ਹੈ। ਸੋ ਬਹੁਤ ਧਿਆਨ ਰੱਖਣਾ ਪੈਂਦਾ ਹੈ ਜਿਸ ਵੇਲੇ ਸਤਿਗੁਰਾਂ ਦੇ ਸੰਗਤ ਵਿੱਚ ਬੈਠੇ ਹੋਈਏ ਜੀ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਵੀ ਗੁਰਬਾਣੀ ਵਿੱਚ ਫਰਮਾਉਂਦੇ ਹਨ, ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰੂ ਰਿਹਾ ਭਰਪੂਰੇ। ਭਾਵ ਕਿ ਸਤ ਸੰਗਤ ਵਿੱਚ ਬੈਠਣ ਵਾਲੇ ਨੂੰ, ਸੁਣਨ ਵਾਲੇ ਨੂੰ ਫਲ ਜ਼ਿਆਦਾ ਪ੍ਰਾਪਤ ਹੁੰਦਾ ਹੈ। ਪਾਠ ਜਾਂ ਕੀਰਤਨ satsang ਕਰਨ ਵਾਲੇ ਨਾਲੋਂ ਜੋ ਵੀ ਪਰਮਾਤਮਾ ਦੇ ਗੁਣ ਗਾਉਂਦਾ ਸੁਣਾਉਂਦਾ ਉਹ ਤਾਂ ਪਵਿੱਤਰ ਹੁੰਦਾ ਹੀ ਹੈ, ਪਰ ਸੁਣਨ ਵਾਲਾ ਪਨੀਤ ਹੁੰਦਾ ਹੈ, ਜਿਸ ਦਾ ਭਾਵ ਹੈ ਕਿ ਪਨੀਤ ਪਵਿੱਤਰ ਸ਼ਬਦ ਨਾਲੋਂ ਜ਼ਿਆਦਾ ਉੱਚਾ ਸੁੱਚਾ ਹੈ, ਉੱਚੀ ਪਦਵੀ ਹੈ। ਇਸ ਕਰਕੇ ਜਦੋਂ ਵੀ ਸੰਤਾਂ ਦੀ ਸੰਗਤ, ਸਤ ਸੰਗਤ ਵਿੱਚ, ਕਿਸੇ ਵੀ ਗੁਰੂ ਘਰ ਵਿੱਚ ਬੈਠੇ ਜਿੱਥੇ ਮਾਲਕ ਉਸ ਪਰਮਾਤਮਾ ਦੀ ਵਡਿਆਈ ਹੋ ਰਹੀ ਹੈ, ਤਾਂ ਬੜੇ ਹੀ ਪ੍ਰੇਮ ਨਾਲ, ਸਤਿਕਾਰ ਨਾਲ ਸੁਣੋ ਤੇ ਬੈਠੋ ਜੀ। ਪਤਾ ਨਹੀਂ ਕਿਸ ਰੂਪ ਵਿੱਚ ਪਰਮਾਤਮਾ ਇੱਥੇ ਆ ਕੇ ਬੈਠਾ ਹੁੰਦਾ ਹੈ। ਜਿਸ ਤਰ੍ਹਾਂ ਦੇਹੀ ਜਲ ਨਾਲ ਸਾਫ਼ ਹੁੰਦੀ ਹੈ, ਮਨ ਸੱਚ ਨਾਲ, ਬੁੱਧੀ ਸੱਚੇ ਗਿਆਨ ਨਾਲ ਸ਼ੁੱਧ ਅਤੇ ਸਾਫ਼ ਹੁੰਦੀ ਹੈ। ਜੋ ਅੱਜ ਆਪਾਂ ਸ਼ਬਦ ਲਿਆ ਹੈ ਉਸ ਵਿੱਚ ਫਰਮਾਨ ਆਇਆ ਹੈ ਕਿ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਨਿਮਖ ਕਹਿੰਦੇ ਹਨ ਅੱਖ ਚਮਕਣ ਨੂੰ। ਪਤਾ ਨਹੀਂ ਕਦੋਂ ਕਿਹੜੇ ਪਲ ਵਿੱਚ ਪਰਮਾਤਮਾ ਦਾ ਦੀਦਾਰ ਹੋ ਜਾਵੇ ਤੇ ਝੂਠੇ ਬੰਧਨਾਂ ਤੋਂ ਛੁਟਕਾਰਾ ਹੋ ਜਾਵੇ। ਇਨਸਾਨ ਨੂੰ ਆਪਣੇ ਅੰਦਰ ਬਹੁਤ ਹੀ ਚੰਗੇ ਗੁਣਾਂ ਵਾਲਾ ਸੁਭਾਅ ਬਣਾਉਣਾ ਚਾਹੀਦਾ ਹੈ। ਕੋਈ ਵੀ ਐਸਾ ਮਾੜਾ ਕੰਮ ਨਾ ਕਰੋ ਜਿਸ ਨਾਲ ਆਪਣੇ ਗੁਰੂ ਦੇ ਅੱਗੇ ਅਤੇ ਉਸ ਪਰਮਾਤਮਾ ਦੀ ਦਰਗਾਹ ਵਿੱਚ ਸ਼ਰਮਿੰਦਾ ਹੋਣਾ ਪਵੇ। ਸ਼੍ਰੀ ਕਬੀਰ ਜੀ ਮਹਾਰਾਜ ਨੇ ਬਿਆਨ ਕੀਤਾ ਹੈ ਕਿ ਕਬੀਰ ਮਨ ਪੰਖੀ ਪਿਆ, ਉੱਡ ਉੱਡ ਦਹਿਦ ਸਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਹੀ ਫਲ ਖਾਏ। ਇਨਸਾਨ ਉੱਪਰ ਸੰਗਤ ਦਾ ਬਹੁਤ ਛੇਤੀ ਅਸਰ ਹੁੰਦਾ ਹੈ। ਜੇਕਰ ਮਾੜੀ ਸੰਗਤ ਕਰਾਂਗੇ ਤਾਂ ਜੁਹਾਰੀ, ਸ਼ਰਾਬੀ, ਠੱਗਾਂ, ਚੋਰਾਂ, ਚੁਗਲਖੋਰਾਂ ਦੀ, ਲਾਲਚੀ ਲੋਕਾਂ ਦੀ ਸੰਗਤ ਕਰਾਂਗੇ ਤਾਂ ਉਸ ਤਰ੍ਹਾਂ ਦਾ ਹੀ ਮਨੁੱਖ ਦਾ ਸੁਭਾਅ ਤੇ ਪ੍ਰਭਾਵ ਪੈ ਜਾਂਦਾ ਹੈ। ਜੇਕਰ ਚੰਗੇ ਨੇਕ ਇਨਸਾਨਾਂ ਦੀ, ਸਤ ਸੰਗੀਆਂ ਦੀ, ਗੁਰਮੁਖਾਂ ਦੀ ਸੰਗਤ ਕਰਾਂਗੇ ਤਾਂ ਚੰਗੇ ਗੁਣ ਪ੍ਰਾਪਤ ਕਰਾਂਗੇ ਤੇ ਸੁਭਾਅ ਵੀ ਚੰਗਾ ਬਣੇਗਾ। ਇਸ ਕਰਕੇ ਇਹ ਇਨਸਾਨੀ ਜੀਵਨ ਨੂੰ ਐਵੇਂ ਹੀ ਨਾ ਗਵਾ ਦਈਏ। ਗੁਰਬਾਣੀ ਦਾ ਫਰਮਾਨ ਹੈ ਜੀ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਆਪਾਂ ਹਰ ਰੋਜ਼ ਸੁਣਦੇ ਹਾਂ ਜੀ, ਪਰ ਅਸਲ ਅਮਲ ਨਹੀਂ ਕਰਦੇ, ਅਮਲ ਵਿੱਚ ਨਹੀਂ ਲਿਆਉਂਦੇ। ਸ਼੍ਰੀ ਕਬੀਰ ਜੀ ਫਰਮਾਉਂਦੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੇ ਮਾਹੇ। ਅਤੇ ਇੱਕ ਹੋਰ ਸ਼ਬਦ ਵਿੱਚ ਬਿਆਨ ਕਰਦੇ ਹਨ, ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ,
एक जो साधु मोहे मिलियो तिन लिया आंचल लाए। ਹੁਣ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਵੱਲ ਚਲੀਏ ਜੀ ਕਿ ਇੱਕ ਛੋਟੀ ਜਿਹੀ ਸਾਖੀ ਸਰਵਣ ਕਰਨਾ ਜੀ, ਜਿਹੜੀ ਕਿ ਗਨਕਾ ਨਾਂ ਔਰਤ ਜੋ ਕਿ ਇੱਕ ਵੇਸ਼ਵਾ ਸੀ, ਉਸ ਦਾ ਜੀਵਨ ਕਿਵੇਂ ਬਦਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਜੀ ਨੇ ਬਿਆਨ ਕੀਤਾ ਹੈ। ਉਸ ਦਾ ਨਾਮ ਗੁਰੂ ਪੀਰ ਫਕੀਰ ਸੰਤ ਸਾਧੂ ਮਹਾਪੁਰਸ਼ ਦੁਨੀਆ ਵਿੱਚ ਸਾਡੇ ਵਰਗੇ ਜੀਵਾਂ ਨੂੰ ਕਿਵੇਂ ਤਾਰਦੇ ਹਨ ਅਤੇ ਸਾਡੇ ਉੱਪਰ ਕਿਵੇਂ ਪਰਉਪਕਾਰ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਰਮਾਉਂਦੇ ਹਨ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀਆ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਜਦੋਂ ਪੂਰਬਲੇ ਭਾਗਾ ਕਰਕੇ ਕਿਧਰੇ ਕਰਮ ਜਾਗਦੇ ਹਨ ਤਾਂ ਪੂਰਨ ਪੁਰਖ ਪਰਮੇਸ਼ਰ ਦੇ ਪਿਆਰੇ ਦੀ ਸੰਗਤ ਮਿਲਦੀ ਹੈ। ਭਾਵ ਕਿ ਸੰਤਾਂ ਦੀ ਸੰਗਤ ਦਾ ਮੇਲ ਹੁੰਦਾ ਹੈ ਤਾਂ ਫਿਰ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਕਈਆਂ ਦੀ ਸਾਰੀ ਉਮਰ ਵੀ ਬੀਤ ਜਾਂਦੀ ਹੈ, ਇਸ ਤਰ੍ਹਾਂ ਖਾਲੀ ਹੀ ਚਲੇ ਜਾਂਦੇ ਹਨ, ਕਦੇ ਵੀ ਸਤਸੰਗ ਨਸੀਬ ਨਹੀਂ ਹੁੰਦਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਸਾਧੂ ਫਕੀਰ ਸੰਤ ਇੱਕ ਪਿੰਡ ਵਿੱਚੋਂ ਦੀ ਗੁਜ਼ਰ ਰਿਹਾ ਸੀ ਤੇ ਉਸਨੇ ਦੇਖਿਆ ਕਿ ਇੱਕ ਘਰ ਵਿੱਚ ਇਕੱਲੀ ਬੜੀ ਸੁੰਦਰ ਔਰਤ ਹੈ, ਬੜਾ ਹੀ ਹਾਰ ਸ਼ਿੰਗਾਰ ਕਰਕੇ ਬੈਠੀ। ਸਾਧੂ ਨੇ ਸੋਚਿਆ ਚਲੋ ਇੱਥੇ ਥੋੜਾ ਆਰਾਮ ਕਰਦੇ ਹਾਂ, ਇਹ ਕੋਈ ਚੰਗੀ ਔਰਤ ਲੱਗਦੀ ਹੈ। ਚਿਹਰੇ ਦੇ ਰੂਪ ਤੋਂ ਪ੍ਰਤੀਤ ਹੁੰਦਾ ਹੈ ਕਿ ਇਸ ਦੇ ਹਿਰਦੇ ਵਿੱਚ ਕੋਈ ਪਿਛਲੇ ਜਨਮ ਦਾ ਉਸ ਮਾਲਕ ਦੀ ਭਗਤੀ ਦਾ ਬੀਜ ਪਿਆ ਹੋਇਆ ਹੈ ਤਾਂ ਉਗਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਸ ਦੇ ਨਾਲ ਜਦੋਂ ਸਾਧੂ ਦੇ ਬਚਨ ਵਿਲਾਸ ਹੋਏ ਤਾਂ ਗਨਕਾ ਨੇ ਸਾਰੀ ਗੱਲ ਦੱਸੀ ਕਿ ਤੁਸੀਂ ਗਲਤ ਜਗ੍ਹਾ ਤੇ ਆ ਗਏ ਹੋ, ਮੈਂ ਤਾਂ ਆਹ ਮਾੜੇ ਕੰਮ ਕਰਦੀ ਹਾਂ। ਤਾਂ ਸਾਧੂ ਬੈਠ ਗਿਆ ਤਾਂ ਸਾਰਾ ਹਾਲ ਪੁੱਛਿਆ ਅਤੇ ਸਾਧੂ ਨੇ ਪੁੱਛਿਆ, ਤੈਨੂੰ ਜਮਾਂ ਤੋਂ ਨਰਕਾਂ ਤੋਂ ਡਰ ਨਹੀਂ ਲੱਗਦਾ ਕਿ ਅੰਤ ਵੇਲੇ ਕੀ ਹੋਵੇਗਾ? ਸਾਧੂ ਦੀ ਦ੍ਰਿਸ਼ਟੀ ਨਾਲ ਉਸ ਦਾ ਹਿਰਦਾ ਅੰਦਰੋਂ ਕੰਬ ਉੱਠੇਗਾ, ਕਿਉਂਕਿ ਸਾਧੂ ਆਪ ਪਰਮਾਤਮਾ ਦੇ ਨਾਲ ਮਿਲਿਆ ਹੋਇਆ ਸੀ। ਤਾਂ ਗਨਕਾ ਨੇ ਕਿਹਾ, ਡਰ ਤਾਂ ਬਹੁਤ ਲੱਗਦਾ ਹੈ ਜੀ। ਇਸ ਤਰ੍ਹਾਂ ਬਚਨ ਕਰਦਿਆਂ ਕਰਦਿਆਂ ਸਾਧੂ ਦੀ ਦ੍ਰਿਸ਼ਟੀ ਪੈਂਦੀ ਹੈ ਤਾਂ ਉਹ ਰੋਣ ਲੱਗ ਪੈਂਦੀ ਹੈ ਅਤੇ ਤਰਲੇ ਕੱਢਦੀ ਹੈ ਕਿ ਮੈਨੂੰ ਵੀ ਕੋਈ ਜੁਗਤੀ ਰਾਹ ਤਰੀਕਾ ਦੱਸੋ ਮਾੜੇ ਕੰਮਾਂ ਵਿੱਚੋਂ ਨਿਕਲਣ ਦਾ। ਉਸ ਦੇ ਮਨ ਅੰਦਰ ਇਸ ਤਰ੍ਹਾਂ ਦੇ ਵਿਚਾਰ ਆਉਣ ਲੱਗੇ। ਗਨਕਾ ਕਹਿੰਦੀ, ਮੈਂ ਇਹਨਾਂ ਮਾੜੇ ਕਰਮਾਂ ਵਿੱਚੋਂ ਨਿਕਲਣਾ ਚਾਹੁੰਦੀ ਹਾਂ, ਮੈਂ ਬਚਣਾ ਚਾਹੁੰਦੀ ਹਾਂ। ਉਸ ਨੂੰ ਸਾਧੂ ਦੀਆਂ ਗੱਲਾਂ ਵਿਚਾਰ ਸੁਣ ਕੇ ਅੰਦਰ ਹੀ ਅੰਦਰ ਡਰ ਭੈ ਲੱਗਣ ਲੱਗਾ। ਜਿਵੇਂ ਕਿ ਸ੍ਰੀ ਗੁਰੂ ਰਵਿਦਾਸ ਜੀ ਫਰਮਾਉਂਦੇ ਹਨ, ਸਾਧ ਸੰਗਤ ਬਿਨਾ ਭਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਹਿ ਰਵਿਦਾਸ, ਇੱਕ ਬੇਨਤੀ ਹਰ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ। ਹੇ ਪ੍ਰਮਾਤਮਾ, ਸਾਧ ਸੰਗਤ ਤੋਂ ਬਿਨਾ ਪ੍ਰਭੂ ਦਾ ਪ੍ਰੇਮ ਨਹੀਂ ਉਤਪੰਨ ਹੁੰਦਾ ਅਤੇ ਪ੍ਰੇਮ ਬਿਨਾ ਤੇਰੀ ਭਗਤੀ ਨਹੀਂ ਹੋ ਸਕਦੀ। ਜੇਕਰ ਸਾਡੇ ਅੰਦਰ ਇਹ ਹੈ ਤਾਂ ਹੀ ਉਸ ਮਾਲਕ ਦੀ ਪ੍ਰਾਪਤੀ ਵੱਲ ਚੱਲ ਸਕਦੇ ਹਾਂ। ਫਿਰ ਜਦੋਂ ਸਤ ਸੰਗਤ ਕਰਕੇ ਪ੍ਰੇਮ ਲੱਗ ਜਾਂਦਾ ਹੈ ਤਾਂ ਕੋਈ ਵੀ ਤੋੜ ਨਹੀਂ ਸਕਦਾ। ਜਿਵੇਂ ਕਿ ਹਰ ਬਿਮਾਰੀ ਦਾ ਇਲਾਜ ਡਾਕਟਰ ਕਰਦਾ ਹੈ ਤੇ ਨਾਲ ਹੀ ਦੱਸਦਾ ਹੈ ਕਿ ਆਪ ਪਰਹੇਜ਼ ਵੀ ਰੱਖਣਾ ਹੈ ਜੀ, ਆਹ ਚੀਜ਼ ਨਹੀਂ ਖਾਣੀ,
ਦਵਾਈ ਸਮੇਂ ਸਿਰ ਖਾਣੀ। ਜਦੋਂ ਮਰੀਜ਼ ਪੂਰੀ ਤਰ੍ਹਾਂ ਡਾਕਟਰ ਦੇ ਕਹਿਣੇ ਤੇ ਚੱਲਦਾ ਹੈ ਤਾਂ ਠੀਕ ਹੋ ਜਾਂਦਾ ਹੈ, ਸਾਰੀ ਬਿਮਾਰੀ ਖਤਮ ਹੋ ਜਾਂਦੀ ਹੈ, ਅਰੋਗੀ ਹੋ ਜਾਂਦਾ ਹੈ ਤੇ ਸਫਲਤਾ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਹੀ ਇਹ ਮਾਨਸਿਕ ਰੋਗੀ ਦੀ ਹਾਲਤ ਹੈ। ਇਸ ਤਰ੍ਹਾਂ ਜਦੋਂ ਗਣਕਾ ਨੇ ਆਪਣੀ ਕੰਠਾ ਜ਼ਾਹਰ ਕੀਤੀ ਤਾਂ ਮਹਾਂਪੁਰਖ ਨੇ ਸੋਚਿਆ ਕਿ ਇਸ ਤੋਤੇ ਦੇ ਬਹਾਨੇ ਇਸ ਦਾ ਭਲਾ ਕਰਦੇ ਹਾਂ, ਜੋ ਕਿ ਉਸ ਸਾਧੂ ਦੇ ਕੋਲ ਸੀ। ਕਿਉਂਕਿ ਪਹਿਲਾਂ ਜਿੰਨੀਆਂ ਪੁਰਾਣੀਆਂ ਆਦਤਾਂ, ਮਾੜੇ ਸੁਭਾਅ, ਪੁਰਾਣੇ ਖਿਆਲਾਤ ਇਸ ਦੇ ਅੰਦਰ ਘਰ ਕਰੀ ਬੈਠੇ ਹਨ, ਤਾਂ ਉਹ ਇਸ ਦੇ ਜੀਵਨ ਨੂੰ ਖਰਾਬ ਕਰ ਰਹੇ ਨੇ। ਉਹਨਾਂ ਨੂੰ ਹੌਲੀ ਹੌਲੀ ਪਹਿਲਾਂ ਜੁਗਤੀ ਨਾਲ ਬਦਲਿਆ ਜਾਂਦਾ ਹੈ ਤੇ ਫਿਰ ਸਿਮਰਨ ਭਾਵੇਂ ਅੰਦਰ ਹੁੰਦਾ ਹੈ, ਉਸ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਦੁਰਮਤ ਦੇਖ ਦਿਆਲ ਹੋਏ, ਸਾਧੂ ਨੂੰ ਵੀ ਦਇਆ ਆ ਗਈ। ਮਤ ਦੋ ਤਰ੍ਹਾਂ ਦੀ ਹੁੰਦੀ ਹੈ, ਦੁਰਮਤ ਜੋ ਮਾੜੇ ਕੰਮ ਕਰਾਉਂਦੀ ਹੈ, ਗੁਰਮਤ ਜੋ ਚੰਗੇ ਕੰਮ ਕਰਾਉਂਦੀ ਹੈ ਅਤੇ ਦੁਰਮਤ ਨੂੰ ਦਬਾ ਲੈਂਦੀ ਹੈ, ਫਿਰ ਇਨਸਾਨ ਚੰਗੇ ਕੰਮ ਕਰਦਾ ਹੈ। ਇਸ ਤਰ੍ਹਾਂ ਉਸ ਦੇ ਮਾੜੇ ਕੰਮ ਦੇਖ ਕੇ ਸਾਧੂ ਨੇ ਪਿੰਜਰਾ, ਜਿਸ ਵਿੱਚ ਇੱਕ ਤੋਤਾ ਸੀ, ਜਿਸ ਨੂੰ ਸਾਧੂ ਨੇ ਰਾਮ ਪੜ੍ਹਾਇਆ ਹੋਇਆ ਸੀ, ਭਗਤੀ ਆਦਿ ਅਵਸਥਾ ਵਿੱਚ ਜਿਗਿਆਸੂ ਨੂੰ ਥੋੜੀ ਯੁਕਤੀ ਦੱਸੀ ਜਾਂਦੀ ਹੈ, ਜਿਵੇਂ ਸੇਵਾ ਕਰਨੀ, ਸਤਸੰਗ ਸੁਣਨਾ, ਕਿਤਾਬਾਂ ਪੜ੍ਹਨੀਆਂ। ਫਿਰ ਹੌਲੀ ਹੌਲੀ ਜਦੋਂ ਰੰਗ ਚੜ੍ਹ ਜਾਂਦਾ ਹੈ ਤੇ ਫਿਰ ਅਸਲੀ ਯੁਕਤੀ ਦੱਸਦੇ ਹਨ। ਸਾਧੂ ਨੇ ਪੂਰਾ ਸਮਝਾਉਣਾ ਕੀਤਾ ਕਿ ਹੁਣ ਹਰ ਰੋਜ਼ ਸਰੀਰ ਨੂੰ ਇਸ਼ਨਾਨ ਕਰਕੇ ਹਰ ਰੋਜ਼ ਬੈਠਣਾ ਹੈ ਅਤੇ ਤੋਤੇ ਨੂੰ ਰਾਮ ਕਹਾਉਣਾ ਤੇ ਆਪ ਕਰਨਾ। ਜੋ ਵੀ ਇਨਸਾਨ ਸਾਧੂਆਂ, ਪੀਰਾਂ, ਫਕੀਰਾਂ, ਗੁਰੂਆਂ, ਮਹਾਂਪੁਰਖਾਂ ਦੇ ਬਚਨਾਂ ਤੇ ਪਹਿਰਾ ਦਿੰਦਾ ਹੈ, ਉਸ ਦੀ ਕਲਿਆਣ ਹੁੰਦੀ ਹੈ, ਗਤੀ ਹੁੰਦੀ ਹੈ। ਇਸ ਤਰ੍ਹਾਂ ਸਾਧੂ ਨੇ ਗਣਕਾ ਨੂੰ ਪਿੰਜਰਾ ਭੇਂਟ ਕੀਤਾ ਤੇ ਨਾਲ ਹੀ ਤੋਤਾ ਤੇ ਕਿਹਾ, ਇੱਕ ਵਾਰ ਤੂੰ ਰਾਮ ਕਹਿਣਾ ਤੇ ਫਿਰ ਤੋਤੇ ਤੋਂ ਕਹਾਉਣਾ। ਹਰ ਰੋਜ਼ ਇਸ ਦੀ ਤਰ੍ਹਾਂ ਜੋ ਵੀ ਦੱਸਿਆ ਕਰਨਾ। ਫਿਰ ਕਦੇ ਆਵਾਂਗੇ ਤਾਂ ਪੂਰੀ ਯੁਕਤੀ ਦਾ ਤਰੀਕਾ ਦੱਸ ਦਿਆਂਗੇ। ਪਹਿਲਾਂ ਇਹੋ ਹੀ ਸਿਮਰਨਾ ਹੈ ਹਰ ਰੋਜ਼। ਸ੍ਰੀ ਗੁਰੂ ਰਵਿਦਾਸ ਜੀ ਬਾਣੀ ਵਿੱਚ ਫਰਮਾਉਂਦੇ ਹਨ, ਸਾਧੂ ਕੀ ਜੋ ਲਏ ਓਟ, ਤੇਰਾ ਮਿਟੇ ਪਾਪ ਕੋਟ ਸਭ ਕੋਟ। ਸਾਧੂ ਕੀ ਜੋ ਲਹਿ ਓਟ, ਤੇਰਾ ਮਿਟਾ ਹੈ ਪਾਪ ਸਭ ਕੋਟ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਾਣੀ ਵਿੱਚ ਫਰਮਾਉਂਦੇ ਹਨ, ਸੂਹੀ ਮਹੱਲਾ ਪੰਜਵਾਂ, ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜਮ ਜੁਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰਿਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਇਸ ਤਰ੍ਹਾਂ ਗਣਕਾ ਹਰ ਰੋਜ਼ ਆਪਣੇ ਤੋਤੇ ਨੂੰ ਰੋਜ਼ ਦੀ ਤਰ੍ਹਾਂ ਉੱਠਦੀ ਤੇ ਬੈਠਦੀ ਅਤੇ ਤੋਤੇ ਦਾ ਪਿੰਜਰਾ ਵੀ ਉਸ ਦੇ ਆਸਣ ਦੇ ਨੇੜੇ ਹੀ ਹੁੰਦਾ, ਜੋ ਕਿ ਹਰ ਰੋਜ਼ ਹੱਥ ਨਾਲ ਪਿੰਜਰੇ ਨੂੰ ਹਿਲਾਉਂਦੀ ਤੇ ਬੋਲਦੀ, ਕਹੋ ਰਾਮ। ਪਰ ਕਈ ਵਾਰ ਉਸ ਤੋਂ ਨਿਤਨੇਮ ਨਾ ਹੋਣਾ ਤਾਂ ਬਹੁਤ ਉਦਾਸ ਵੀ ਰਹਿੰਦੀ ਕਿ ਅੱਜ ਬੈਠ ਨਹੀਂ ਹੋਇਆ। ਪਰ ਉਸਨੇ ਹੌਲੀ ਹੌਲੀ ਸੁਭਾਅ ਪਕਾ ਲਿਆ, ਬੁਰੇ ਕੰਮ ਵੀ ਛੱਡ ਦਿੱਤੇ। ਹੁਣ ਚੰਗਾ ਸੁਭਾਅ ਬਣਨ ਕਾਰਨ ਅੰਦਰ ਹੀ ਅੰਦਰ ਸ਼ਾਂਤੀ ਆ ਗਈ, ਸਭ ਕੁਝ ਬਦਲ ਗਿਆ। ਹਰ ਰੋਜ਼ ਮਾਲਕ ਦੀ ਬੰਦਗੀ ਕਾਰਨ ਕਿਸੇ ਨੇ ਕਿਹਾ ਹੈ ਕਿ ਗੁੱਸਾ ਇਕੱਲਾ ਆਉਂਦਾ ਹੈ ਤੇ ਸਭ ਕੁਝ ਲੈ ਜਾਂਦਾ ਹੈ, ਪਰ ਸਬਰ ਵੀ ਇਕੱਲਾ ਹੀ ਆਉਂਦਾ ਹੈ, ਪਰ ਇਹ ਸਭ ਕੁਝ ਦੇ ਜਾਂਦਾ ਹੈ। ਆਪਣੇ ਦੇਸ਼ ਵਿੱਚ 6 ਰੁੱਤਾਂ ਮੰਨਦੇ ਹਨ, ਗਰਮੀ, ਸਰਦੀ, ਬਰਸਾਤ, ਸੌਣ, ਭਾਦੋਂ। ਕਾਫੀ ਸਮਾਂ ਲੰਘ ਗਿਆ। ਇਸ ਤਰ੍ਹਾਂ ਕਰਦੇ ਅੱਜ ਕੀ ਹੋਇਆ? ਦਿਨ ਸਮੇਂ ਜਦੋਂ ਤੋਤੇ ਨੂੰ ਖਾਣਾ ਚੂਰੀ ਦਿੱਤੀ ਤਾਂ ਉਹ ਉਸ ਤੋਤੇ ਦੇ ਪਿੰਜਰੇ ਦੀ ਕੁੰਡੀ ਬਾਰੀ ਬੰਦ ਕਰਨਾ ਭੁੱਲ ਜਾਂਦੀ ਹੈ
ਤਾਂ ਗਰਮੀ ਦਾ ਮੌਸਮ ਸੀ, ਬੜਾ ਹੀ ਹੁੰਮ ਵੱਟ ਪਿਆ ਹੋਇਆ ਸੀ। ਕੀ ਹੋਇਆ, ਰਾਤ ਨੂੰ ਉਸ ਦੇ ਅੰਦਰ ਇੱਕ ਬੜਾ ਹੀ ਜ਼ਹਿਰੀਲਾ ਸੱਪ ਪ੍ਰਵੇਸ਼ ਕਰ ਜਾਂਦਾ ਹੈ। ਤੇ ਅੱਜ ਗਨਕਾ ਕੋਲੋਂ ਤੋਤੇ ਦੇ ਪਿੰਜਰੇ ਦੀ ਵਾਰੀ ਵੀ ਖੁੱਲੀ ਰਹਿ ਗਈ ਸੀ। ਮੌਸਮ ਮੀਂਹ ਹਨੇਰੀ ਝੱਖੜ ਕਰਕੇ ਤੇ ਇੱਕ ਸੱਪ ਘੁੰਮਦਾ ਘੁੰਮਦਾ ਰਾਤ ਨੂੰ ਤੋਤੇ ਦੇ ਪਿੰਜਰੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਕਿਉਂਕਿ ਉਹ ਅੱਜ ਦਿਨੇ ਕੁੰਡੀ ਬੰਦ ਕਰਨੀ ਭੁੱਲ ਗਈ ਸੀ। ਅੱਜ ਪਿੰਜਰਾ ਬੰਦ ਨਾ ਹੋ ਸਕਿਆ ਤੇ ਸੱਪ ਵੀ ਤੋਤੇ ਨੂੰ ਸਾਬਤ ਹੀ ਅੰਦਰ ਲੰਘਾ ਜਾਂਦਾ ਹੈ ਤੇ ਉਸ ਪਿੰਜਰੇ ਵਿੱਚ ਹੀ ਬੈਠ ਗਿਆ। ਇਸ ਤਰ੍ਹਾਂ ਗਨਕਾ ਦਾ ਸੁਭਾਅ ਪੱਕ ਗਿਆ ਸੀ। ਹਰ ਰੋਜ਼ ਦੀ ਤਰ੍ਹਾਂ ਤੜਕੇ ਨੂੰ ਹਨੇਰੇ ਉੱਠੀ ਪਹਿਲਾਂ ਥੋੜਾ ਹੱਠ ਸੰਘਰਸ਼ ਕਰਨਾ ਪੈਂਦਾ ਹੈ। ਫਿਰ ਗੁਰੂ ਪਿਆਰੇ, ਜਦੋਂ ਆਦਤ ਬਣ ਜਾਂਦੀ ਹੈ, ਹਰ ਰੋਜ਼ ਦੀ ਤਰ੍ਹਾਂ ਆਪਣੇ ਆਸਣ ਤੇ ਬੈਠੀ ਤਾਂ ਪਿੰਜਰਾ ਵੀ ਨੇੜੇ ਹੀ ਟੰਗਿਆ ਰੱਖਿਆ ਹੁੰਦਾ ਸੀ। ਤਾਂ ਅੱਖਾਂ ਬੰਦ ਕਰਕੇ ਬੈਠੀ ਤਾਂ ਆਵਾਜ਼ ਦਿੱਤੀ ਕਿ ਬੋਲ ਰਾਮ ਰਾਮ। ਤਾਂ ਕੋਈ ਆਵਾਜ਼ ਨਹੀਂ ਆਉਂਦੀ। ਅੱਜ ਪਹਿਲਾ ਦਿਨ ਹੈ ਕਾਫੀ ਦੇਰ ਤੋਂ ਬਾਅਦ ਜਦੋਂ ਤੋਤੇ ਨੇ ਰਾਮ ਰਾਮ ਨਹੀਂ ਬੋਲਿਆ, ਨਹੀਂ ਤਾਂ ਪਹਿਲੀ ਆਵਾਜ਼ ਹੀ ਤੋਤੇ ਨੇ ਰਾਮ ਰਾਮ ਕਹਿ ਦੇਣਾ। ਹੈਰਾਨ ਹੋ ਗਈ, ਕੀ ਕਾਰਨ, ਅੱਜ ਤੋਤਾ ਜਵਾਬ ਨਹੀਂ ਦਿੰਦਾ। ਫਿਰ ਆਵਾਜ਼ ਦਿੱਤੀ ਪਰ ਤੋਤਾ ਨਹੀਂ ਬੋਲਿਆ। ਉਸਨੇ ਸੋਚਿਆ ਕਿ ਤੋਤਾ ਸੁੱਤਾ ਪਿਆ ਹੋਣਾ ਹੈ, ਪਿੰਜਰੇ ਨੂੰ ਹਿਲਾ ਦੇਣਾ ਚਾਹੀਦਾ ਹੈ। ਨਾਲ ਹੀ ਪਿੰਜਰਾ ਸੀ ਤੇ ਹੱਥ ਉੱਪਰ ਨੂੰ ਕਰਕੇ ਮਾਰਿਆ ਤਾਂ ਪਿੰਜਰੇ ਦੀ ਬਾਰੀ ਖੁੱਲੀ ਸੀ ਤਾਂ ਸਿੱਧਾ ਹੱਥ ਸੱਪ ਦੇ ਸਿਰ ਤੇ ਲੱਗਾ। ਤਾਂ ਨਾਲ ਹੀ ਜ਼ੁਬਾਨ ਚੋਂ ਬੋਲਦੀ ਹੈ, ਬੋਲ ਰਾਮ ਰਾਮ। ਸੱਪ ਬੜਾ ਜ਼ਹਿਰੀਲਾ ਸੀ। ਜਦੋਂ ਸੱਪ ਦੇ ਸਿਰ ਤੇ ਹੱਥ ਲੱਗਾ ਤਾਂ ਉਸਨੇ ਨਾਲ ਹੀ ਡੰਗ ਮਾਰਿਆ ਤਾਂ ਡੰਗ ਲੱਗਣ ਦੀ ਦੇਰ ਨਾਲ ਹੀ ਪ੍ਰਾਣ ਖਤਮ ਹੋ ਗਏ। ਅਖੀਰਲੇ ਸਮੇਂ ਅੰਤ ਵੇਲੇ ਪਰਮੇਸ਼ਰ ਦਾ ਨਾਮ ਚਿੰਤਨ ਕਰਦੀ ਨੇ ਪ੍ਰਾਣ ਤਿਆਗੇ। ਸਰੀਰ ਛੱਡਿਆ ਤਾਂ ਸਿੱਧੀ ਬੈਕੁੰਠ ਧਾਮ ਨੂੰ ਗਈ। ਵੈਵਾਨਾਂ ਵਿੱਚ ਬੈਠ ਕੇ ਬੈਕੁੰਠ ਚਲੀ ਗਈ। ਅਸਮਾਨ ਤੋਂ ਵੈਵਾਨ ਉਤਰਿਆ ਉਸ ਨੂੰ ਲੈ ਕੇ ਜਾਣ ਵਾਸਤੇ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਹ ਸਿਮਰਤ ਗਨ ਕਾਸੀ ਉਤਰੀ, ਤਾਕੋ ਜਸ ਉਰ ਧਾਰੋ। ਉਸ ਦੇ ਜੀਵਨ ਆਤਮਾ ਦਾ ਉਧਾਰ ਹੋ ਗਿਆ। ਇੰਨਾ ਮਨ ਧਿਆਨ ਲੱਗਾ ਕਿ ਸਿਮਰਨ ਕੀਤਾ ਪੂਰੀ ਲਗਨ ਪ੍ਰੇਮ ਨਾਲ। ਉਸ ਦਾ ਨਾਮ ਭਗਤਾਂ ਵਿੱਚ ਗਿਣਿਆ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਬਿਆਨ ਕੀਤਾ ਹੈ ਕਿ ਸਾਧੂ ਸੰਤਾਂ ਦੇ ਬਚਨਾਂ ਤੇ ਅਮਲ ਕਰਕੇ ਮੁਕਤੀ ਦੀ ਪ੍ਰਾਪਤੀ ਹੋਈ। ਇਸ ਕਰਕੇ ਹਰ ਪਲ ਹਰ ਸਾਹ ਉਸ ਪਰਮਾਤਮਾ ਦੀ ਯਾਦ ਵਿੱਚ ਲੈਣਾ ਚਾਹੀਦਾ ਹੈ। ਪਤਾ ਨਹੀਂ ਕਿਹੜਾ ਸਵਾਸ ਹੀਠਾਂ ਰਹਿ ਜਾਣਾ ਹੈ ਜਾਂ ਉੱਪਰ ਆਪਣੇ ਗੁਰੂ ਜੀ ਦੇ ਕਹਿਣੇ ਦੇ ਭਜਨ ਸਿਮਰਨ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਵੀ ਆਪਣੀ ਆਤਮਾ ਦਾ ਉਧਾਰ ਕਰ ਸਕੀਏ। ਇਸ ਕਰਕੇ ਆਪਾਂ ਗੁਰੂ ਪਿਆਰਿਓ, ਜੋ ਇਹ ਕਥਾ ਵਿਚਾਰ ਹੈ, ਸਤਸੰਗ ਹੈ, ਸਰਵਣ ਕਰਦੇ ਹਾਂ ਕਿ ਆਪਾਂ ਸਾਰਿਆਂ ਨੇ ਉਸ ਮਾਲਕ ਦੇ ਚਰਨਾਂ ਵਿੱਚ ਜੋ ਵੀ ਥੋੜਾ ਟਾਈਮ ਹੈ, ਬਹੁਤ ਕੀਮਤੀ ਸਮਾਂ ਹੈ, ਇਸ ਨੂੰ ਉਸ ਮਾਲਕ ਦੀ ਯਾਦ ਵਿੱਚ ਗੁਜ਼ਾਰੀਏ। ਬਾਕੀ ਸਾਰਾ ਦਿਨ ਤਾਂ ਆਪਾਂ ਆਪਣੇ ਕੰਮਾਂ ਕਾਰਾਂ ਵਿੱਚ ਹੀ ਲੰਘਾ ਦਿੰਦੇ ਹਾਂ। ਸੋ ਇਹ ਜੋ ਥੋੜਾ ਸਮਾਂ ਹੈ, ਆਪਾਂ ਉਸ ਮਾਲਕ ਦੀ ਯਾਦ ਵਿੱਚ ਪੂਰੇ ਧਿਆਨ ਨਾਲ ਪੂਰਾ ਆਪਣੇ ਮਨ ਨੂੰ ਇਕਾਗਰ ਕਰਕੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਸ਼ਰਧਾ ਭਾਵਨਾ ਨਾਲ ਬੈਠ ਕੇ ਸਰਵਣ ਕਰਨਾ ਚਾਹੀਦਾ ਹੈ ਜੀ, ਤਾਂ ਜੋ ਆਪ ਜੀ ਦੀ ਹਾਜ਼ਰੀ ਉਸ ਮਾਲਕ ਦੇ ਚਰਨਾਂ ਵਿੱਚ ਦਰ ਪ੍ਰਵਾਨ ਹੋ ਸਕੇ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਆਪਾਂ ਇੱਕ ਸਾਖੀ ਸੁਣਦੇ ਹਾਂ ਜੋ ਕਿ ਮਹਾਂਪੁਰਖ ਸੰਗਤਾਂ ਨੂੰ ਸੰਬੋਧਨ ਕਰ ਰਹੇ ਹਨ। ਉਹਨਾਂ ਨੇ ਸੰਗਤਾਂ ਨੂੰ ਫਰਮਾਇਆ, ਗੁਰੂ ਪਿਆਰਿਓ, ਕਿ ਕਲਯੁਗ ਵਿੱਚ ਕੀ ਹੋਣਾ ਹੈ। ਕਲਯੁਗ ਦੀਆਂ ਨਿਸ਼ਾਨੀਆਂ ਦੱਸੀਆਂ ਸਤਿਗੁਰਾਂ ਨੇ। ਸੋ ਜਿਸ ਤਰ੍ਹਾਂ
ਇੱਕ ਕਿਸਾਨ ਖੇਤੀ ਕਰਨ ਵਾਲਾ ਛੇਤੀ ਹੀ ਇਸ ਗੱਲ ਨੂੰ ਆਪਾਂ ਸਮਝ ਜਾਵਾਂਗੇ ਜੇਕਰ ਇਸ ਤਰ੍ਹਾਂ ਐਗਜ਼ਾਮਪਲ ਦਈਏ। ਜੇਕਰ ਕਿਸਾਨ ਜਿਸ ਵੇਲੇ ਖੇਤ ਵਿੱਚ ਧਾਨ ਬੀਜਣਾ ਹੁੰਦਾ ਹੈ ਤਾਂ ਕੋਈ ਕਣਕ ਬੀਜਣ ਲੱਗੇ ਤਾਂ ਉਹ ਉੱਗ ਨਹੀਂ ਸਕਦੀ, ਕਿਉਂਕਿ ਜੇਕਰ ਉਹ ਉੱਗ ਵੀ ਜਾਵੇ ਤਾਂ ਉਸ ਨੂੰ ਬੱਲੀ ਨਹੀਂ ਲੱਗੇਗੀ, ਕਿਉਂਕਿ ਬੇਮੌਸਮੀ ਹੈ। ਹਰੇਕ ਫਸਲ ਦੀ ਰੁੱਤ ਹੋਇਆ ਕਰਦੀ ਹੈ। ਮਹਾਰਾਜ ਜੀ ਸਮਝਾ ਰਹੇ ਹਨ ਕਿ ਇੱਕ ਪਰਮੇਸ਼ਰ ਦਾ ਨਾਮ ਹੈ ਜਿਸ ਦੇ ਜਪਣ ਨਾਲ ਗਤ ਹੋਇਆ ਕਰਦੀ ਹੈ ਤੇ ਨਾਮ ਬੜਾ ਹੀ ਬੇਮੁੱਲਾ ਹੈ। ਇੱਕ ਵਾਰੀ ਜਿਸ ਵਕਤ ਦੁਆਪਰ ਯੁੱਗ ਦਾ ਅੰਤ ਆਇਆ, ਪੰਜੇ ਪਾਂਡਵ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੇ ਇਰਦ ਗਿਰਦ ਬੈਠੇ ਨੇ। ਆਪ ਨੇ ਅਚਾਨਕ ਫਰਮਾਨ ਕਰਤਾ ਕਿ ਕਹਿੰਦੇ ਪਿਆਰਿਓ, ਕਲਯੁਗ ਆ ਗਿਆ ਬਈ, ਕਿਉਂਕਿ ਪਹਿਲੇ ਯੁੱਗਾਂ ਦੇ ਅੰਦਰ ਅਨੁਭਵੀ ਮਹਾਪੁਰਸ਼ ਰਿਸ਼ੀਆਂ ਮੁਨੀਆਂ ਨੇ ਇਸ ਯੁੱਗ ਦੀਆਂ ਗੱਲਾਂ ਨਿਸ਼ਾਨੀਆਂ ਦੱਸ ਦਿੱਤੀਆਂ ਸੀ ਕਿ ਐਸਾ ਯੁੱਗ ਆਏਗਾ, ਕੋਈ ਕਰਮ ਧਰਮ ਨਹੀਂ ਰਹੇਗਾ, ਨਾ ਕੋਈ ਸੁਸਾਇਟੀ ਦੇ ਵਿੱਚ ਕੋਈ ਮਰਿਆਦਾ ਰਹੇਗੀ, ਆਪੋ ਤਾਪੀ ਮਚ ਜਾਏਗੀ, ਪਖੰਡ ਦਾ ਜ਼ੋਰ ਹੋ ਜਾਏਗਾ। ਧਰਮ ਜਿਹੜਾ ਉਹ ਦੁਸ਼ਟ ਹੋ ਜਾਏਗਾ। ਇਹਦੇ ਵਿੱਚ ਏਜੰਟ ਰੱਖੇ ਜਾਣਗੇ, ਪੈਸੇ ਕਮਾਉਣ ਦਾ ਸਾਧਨ ਬਣ ਜਾਏਗਾ। ਸੱਚ ਬਿਲਕੁਲ ਅਲੋਪ ਹੋ ਜਾਏਗਾ। ਨਾ ਰਾਜਾ ਇਨਸਾਫ ਕਰੇਗਾ, ਨਾ ਪ੍ਰਜਾ ਆਪਣੇ ਫਰਜ਼ਾਂ ਤੇ ਰਹੇਗੀ। ਦੁੱਖ ਹੀ ਦੁੱਖ ਇਸ ਯੁੱਗ ਦੇ ਵਿੱਚ, ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਪੈਦਾ ਹੋ ਜਾਣਗੀਆਂ। ਤਰੱਕੀ ਬਹੁਤ ਹੋ ਜਾਏਗੀ, ਸਾਇੰਸ ਬਹੁਤ ਤਰੱਕੀ ਹੋ ਜਾਏਗੀ। ਜਿਉਂ-ਜਿਉਂ ਵਧੇਗੀ ਤਿਉਂ-ਤਿਉਂ ਆਦਮੀਆਂ ਦੀਆਂ ਪਰੇਸ਼ਾਨੀਆਂ ਵਿੱਚ ਆਦਮੀ ਪਰੇਸ਼ਾਨੀਆਂ ਵਿੱਚ ਫਸਦਾ ਚਲੇ ਜਾਏਗਾ। ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਕਈ ਜੋ ਇਹ ਟੀਵੀ ਦੇ ਸਾਧਨ ਹਨ ਜਾਂ ਟੈਲੀਫੋਨ ਹੈ, ਹੋਰ ਕਈ ਸਾਇੰਸ ਦੀਆਂ ਐਸੀਆਂ ਚੀਜ਼ਾਂ ਹਨ ਜਿਸ ਨਾਲ ਕਈ ਵਾਰੀ ਟਰਬਲ ਵੱਧ ਜਾਂਦੀ ਹੈ, ਕਿਉਂਕਿ ਉਹਦੇ ਵਿੱਚ ਭਿਆਨਕ ਸੀਨ ਆਉਂਦੇ ਨੇ। ਦੂਸਰਾ ਆਦਮੀ ਦੇ ਚਰਿੱਤਰ ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ, ਮਰਿਆਦਾ ਨਹੀਂ ਰਹਿੰਦੀ, ਕਿਉਂਕਿ ਕਈ ਬਹੁਤ ਹੀ ਮਾੜੀਆਂ ਫਿਲਮਾਂ ਨੇ, ਕੋਈ ਸ਼ਰਮ ਲੱਜਿਆ ਨਹੀਂ ਰਹਿ ਗਈ। ਆਪ ਖੁਦਰਾਪਣ ਜ਼ਿਆਦਾ ਹੈ। ਸਾਇੰਸ ਨੇ ਤਾਂ ਬੜੀ ਤਰੱਕੀ ਕੀਤੀ, ਕਿਉਂਕਿ ਇਹਦਾ ਪ੍ਰਯੋਗ ਗਲਤ ਜ਼ਿਆਦਾ ਹੋ ਰਿਹਾ ਹੈ। ਜੇਕਰ ਜ਼ਿਆਦਾ ਚੰਗੀਆਂ ਸੱਭਿਆਚਾਰਕ ਚੀਜ਼ਾਂ ਦਿਖਾਈਆਂ ਜਾਣ, ਧਰਮ ਪ੍ਰਚਾਰ ਹੋਵੇ, ਚੰਗੇ ਬਚਨ ਸੁਣਾਏ ਜਾਣ, ਉਹਦੇ ਨਾਲ ਉਧਾਰ ਹੋ ਜਾਂਦਾ ਹੈ। ਇਸ ਦੀ ਗਲਤ ਵਰਤੋਂ ਜਿਹੜੀ ਹੈ ਉਹ ਆਦਮੀ ਨੂੰ ਨਰਕਾਂ ਵਿੱਚ ਲੈ ਜਾਂਦੀ ਹੈ। ਕਈ ਤਰ੍ਹਾਂ ਦੀਆਂ ਬਹੁਤ ਹੀ ਭੈੜੀਆਂ ਬਿਮਾਰੀਆਂ, ਰੋਗ ਲੱਗ ਗਏ ਹਨ ਕਈਆਂ ਨੂੰ। ਇਹ ਤਰੱਕੀਆਂ ਜਿਹੜੀਆਂ ਨੇ, ਜੇਕਰ ਇਹਨਾਂ ਦੀ ਸਹੀ ਵਰਤੋਂ ਨਾ ਹੋਵੇ ਤਾਂ ਬਹੁਤ ਹੀ ਗਲਤ ਹੋ ਜਾਇਆ ਕਰਦਾ ਹੈ। ਸੋ ਕਲਯੁਗ ਤੋਂ ਪਹਿਲਾਂ ਜੋ ਯੁੱਗ ਸੀ, ਉਸ ਯੁੱਗ ਵਿੱਚ ਲੋਕ ਡਰਿਆ ਕਰਦੇ ਸੀ ਕਿ ਕੋਈ ਗਲਤ ਕੰਮ ਨਾ ਹੋ ਜਾਵੇ, ਕਿਉਂਕਿ ਅਗਾਂਹ ਬਹੁਤ ਮਾੜਾ ਸਮਾਂ ਆ ਰਿਹਾ ਹੈ। ਕਲਕਾਤੀ ਰਾਜੇ ਕਸਾਈ, ਧਰਮ ਨਾਲ ਦੀ ਚੀਜ਼ ਹੀ ਨਹੀਂ ਰਹਿਣੀ। ਜੇ ਧਰਮ ਨਾ ਰਹੇ ਸੁਸਾਇਟੀ ਵਿੱਚ ਤਾਂ ਸਾਰੇ ਦੁੱਖ ਆ ਜਾਇਆ ਕਰਦੇ ਨੇ, ਕੋਈ ਮਰਿਆਦਾ ਨਹੀਂ ਰਹਿੰਦੀ। ਸਰਵਣ ਪੁੱਤਰ ਹੁਣ ਤਾਂ ਕੋਈ ਨਹੀਂ
ਲੱਭਦਾ ਹੀ ਨਹੀਂ, ਸਾਰੀ ਦੁਨੀਆ ਵਿੱਚ ਟੋਲ ਲਓ। ਤੁਸੀਂ ਵਹਿੰਗੀ ਵਿੱਚ ਮੈਂ ਸਾਰੀ ਦੁਨੀਆ ਵਿੱਚ ਟੋਲ ਲਓ, ਨਹੀਂ ਕੋਈ ਐਸਾ ਪੁੱਤਰ ਮਿਲੇਗਾ ਜਿਹੜਾ ਮਾਂ ਬਾਪ ਨੂੰ ਕਹੇ ਕਿ ਮੈਂ ਬੈਠੋ ਤੁਸੀਂ ਵਹਿੰਗੀ ਵਿੱਚ, ਮੈਂ ਪੈਦਲ ਚੱਲਾਂਗਾ ਜੰਗਲਾਂ ਦੇ ਵਿੱਚ ਦੀ ਲੈ ਕੇ ਕਿੰਨੇ 68 ਤੀਰਥਾਂ ਦੇ ਇਸ਼ਨਾਨ ਹਜ਼ਾਰਾਂ ਮੀਲਾਂ ਦਾ ਸਫ਼ਰ ਕੱਟਣਾ ਪੈਂਦਾ ਹੈ। ਉਹ ਨਹੀਂ ਹੈ। ਸਮਾਂ ਬਦਲ ਗਿਆ ਹੈ। ਉਹ ਸਮੇਂ ਦੇ ਵਿੱਚ ਉਸੇ ਤਰ੍ਹਾਂ ਨਾਲ ਸਾਧਨ ਵੀ ਬਦਲ ਗਏ। ਤਾਂ ਕ੍ਰਿਸ਼ਨ ਜੀ ਭਗਵਾਨ ਜੀ ਜਦ ਇਹ ਵਚਨ ਕਿਹਾ ਤਾਂ ਪਾਂਡਵ ਹੈਰਾਨ ਹੋ ਗਏ, ਤਾਂ ਕਹਿਣ ਲੱਗੇ ਕਿ ਮਹਾਰਾਜ ਸਾਡੇ ਹੁੰਦੇ ਹੁੰਦੇ ਕਲਯੁਗ ਆ ਗਿਆ। ਤਾਂ ਕਹਿੰਦੇ ਹਾਂ। ਕਹਿੰਦੇ ਪਤਾ ਕਿਵੇਂ ਲੱਗੇ? ਕਹਿੰਦੇ ਤੁਹਾਡੇ ਕੋਲ ਕੋਈ ਕੇਸ ਆਇਆ ਕੋਰਟ ਵਿੱਚ? ਕਹਿੰਦੇ ਹਾਂਜੀ, ਇੱਕ ਐਸਾ ਕੇਸ ਆਇਆ ਕਿ ਜਿਸ ਦਾ ਅਸੀਂ ਫੈਸਲਾ ਨਹੀਂ ਕਰ ਸਕੇ। ਪੁੱਛਿਆ ਕੀ ਹੈ? ਕਹਿੰਦੇ ਮਹਾਰਾਜ ਇੱਕ ਕਿਸਾਨ ਨੇ ਜ਼ਮੀਨ ਵੇਚੀ ਹੈ। ਉਹ ਜਿਹਨੇ ਖਰੀਦੀ ਸੀ, ਜਦੋਂ ਉਹ ਉਸ ਜ਼ਮੀਨ ਵਿੱਚ ਖੂਹ ਲਾਉਣ ਲੱਗਿਆ ਤਾਂ ਥੋੜਾ ਹੀ ਪੁੱਟਿਆ ਤਾਂ ਇੱਕ ਸੋਨੇ ਦੀ ਗਾਗਰ ਨਿਕਲ ਆਈ। ਉਹ ਕਿਸਾਨ ਨੇ ਜਿਸ ਤੋਂ ਜ਼ਮੀਨ ਖਰੀਦੀ ਸੀ, ਜ਼ਿਮੀਂਦਾਰ ਤੋਂ, ਉਹਦੇ ਘਰ ਆ ਗਿਆ। ਕਹਿੰਦਾ ਲੈ ਬਈ ਪ੍ਰੇਮੀਆਂ, ਆਹ ਗਾਗਰ ਤੇਰੀ ਧਰਤੀ ਚੋਂ ਨਿਕਲੀ ਹੈ, ਇਹਦੇ ਤੇ ਮੇਰਾ ਕੋਈ ਹੱਕ ਨਹੀਂ ਹੈ, ਇਹ ਤੂੰ ਰੱਖ। ਉਹ ਕਹਿੰਦਾ ਮੈਂ ਕਿਉਂ ਲਵਾਂ? ਮੈਂ ਜਦ ਜ਼ਮੀਨ ਹੀ ਵੇਚ ਦਿੱਤੀ ਹੈ, ਭਾਵੇਂ ਜੋ ਮਰਜ਼ੀ ਨਿਕਲੇ, ਭਾਵੇਂ ਸਾਰਾ ਸੋਨਾ ਹੀ ਨਿਕਲੇ, ਮੈਂ ਨਹੀਂ ਰੱਖਣੀ। ਜ਼ਮੀਨ ਵੇਚ ਚੁੱਕਾ ਹਾਂ। ਉਹ ਲੈਂਦਾ ਨਹੀਂ ਹੈ। ਅਖੀਰ ਮਹਾਰਾਜ ਜੀ ਸਾਡੇ ਕੋਲ ਉਹਨਾਂ ਨੇ ਅਰਜ਼ੀ ਦੇ ਦਿੱਤੀ ਤੇ ਸਾਨੂੰ ਵੀ ਪਤਾ ਨਹੀਂ ਲੱਗਦਾ ਕਿ ਫੈਸਲਾ ਕੀ ਲਈਏ, ਕੀ ਫੈਸਲਾ ਕਰੀਏ। ਤਾਂ ਕ੍ਰਿਸ਼ਨ ਜੀ ਕਹਿਣ ਲੱਗੇ ਫੈਸਲਾ ਤਾਂ ਹੋ ਜਾਣਾ ਹੈ, ਆ ਥੋੜੇ ਦਿਨ ਲੰਘ ਜਾਣ ਦਿਓ, ਕਲਯੁਗ ਦੇ 2-3 ਮਹੀਨੇ ਦੀ ਤਰੀਕ ਪਾ ਦਿਓ। ਉਹਨਾਂ ਨੇ 3 ਮਹੀਨੇ ਦੀ ਤਰੀਕ ਪਾ ਦਿੱਤੀ। ਤਾਂ 3 ਮਹੀਨੇ ਬਾਅਦ ਜਿਹਨੇ ਅਰਜ਼ੀ ਦਿੱਤੀ ਸੀ ਕਿ ਮਹਾਰਾਜ ਇਹ ਮਾਇਆ ਸੋਨਾ ਜਿਹੜਾ ਹੈ ਜੋ ਇਹ ਮੇਰਾ ਨਹੀਂ ਹੈ, ਉਹਨੇ ਆਪਣਾ ਕੇਸ ਵਾਪਸ ਲੈ ਲਿਆ। ਤੇ ਉਸਨੇ ਵਾਪਸ ਲੈ ਲਿਆ ਤੇ ਦੂਸਰੇ ਨੇ ਕਰ ਦਿੱਤਾ ਕਿ ਮੈਂ ਇਹਨੂੰ ਜ਼ਮੀਨ ਵੇਚੀ ਹੈ, ਕਿ ਜੋ ਉਸਦੇ ਵਿੱਚ ਦਫੀਨਾ ਸੀ ਉਹ ਨਹੀਂ ਸੀ ਵੇਚਿਆ, ਉਹਦੇ ਉੱਪਰ ਤਾਂ ਮੇਰਾ ਹੱਕ ਹੈ। ਪਹਿਲਾਂ ਸਹੀ ਫਿਰ ਉਲਟਾ ਦੂਸਰੇ ਪਾਸੇ ਕ੍ਰਿਸ਼ਨ ਮਹਾਰਾਜ ਜੀ ਨੂੰ ਦੱਸਿਆ ਕਿ ਮਹਾਰਾਜ ਇਹ ਤਾਂ ਉਲਟਾ ਹੋ ਗਿਆ ਕੰਮ। ਤਾਂ ਕਹਿੰਦੇ ਆਹ ਹੀ ਕਲਯੁਗ ਹੈ, ਖਿਆਲ ਬਦਲ ਜਾਣੇ ਨੇ ਦੁਨੀਆ ਦੇ। ਕਹਿੰਦੇ ਤਾਂ ਕਲਯੁਗ ਦਾ ਜੋ ਸਮਾਂ ਹੈ ਇਹ ਬਹੁਤ ਭਿਆਨਕ ਹੈ। ਤਾਰਿਆਂ ਦਾ ਰੰਗ ਨਹੀਂ ਬਦਲਣਾ, ਨਾ ਸੂਰਜ ਦਾ ਰੰਗ ਬਦਲਣਾ, ਨਾ ਚੰਦਰਮਾ ਦਾ ਰੰਗ ਬਦਲਣਾ, ਨਾ ਪਾਣੀ ਦੇ ਰੰਗ ਬਦਲਣਾ, ਸਿਰਫ ਮਨੁੱਖ ਦੇ ਖਿਆਲ ਬਦਲ ਜਾਣਗੇ। ਤਾਂ ਪੁੱਛਦੇ ਮਹਾਰਾਜ ਜੀ ਵਰਤਾਰਾ ਕਿਹੋ ਜਿਹਾ ਹੋਏਗਾ? ਕਹਿੰਦੇ ਅੱਜ ਜਿਸ ਵੇਲੇ ਆਪ ਜੀ ਭਜਨ ਸਿਮਰਨ ਕਰਕੇ ਵਿਜ਼ਨ ਦੇਖਿਓ, ਜੋ ਤੁਹਾਨੂੰ ਅਨੁਭਵ ਵਿੱਚ ਆਏਗਾ ਤਾਂ ਉਹ ਦ੍ਰਿਸ਼ ਮੈਨੂੰ ਦੱਸਿਓ। ਦੂਸਰੇ ਦਿਨ ਉਸੇ ਤਰ੍ਹਾਂ ਹੀ ਕ੍ਰਿਸ਼ਨ ਮਹਾਰਾਜ ਜੀ ਦੇ ਕੋਲ ਪਹੁੰਚੇ ਤੇ ਪਹਿਲੇ ਨੂੰ ਦ੍ਰਿਸ਼ ਆਉਂਦਾ ਕਿ ਇੱਕ ਗਊ ਜਿਹੜੀ ਸੂੰਦੀ ਹੈ ਤੇ ਉਸ ਦੇ ਬਾਅਦ ਉਹ ਬੱਛੀ ਨੂੰ ਹੀ ਚੁੰਗਣ ਲੱਗ ਜਾਂਦੀ ਹੈ। ਦੂਸਰੇ ਨੂੰ ਆਇਆ ਕਿ ਇੱਕ ਹੰਸ ਹੈ, ਉਹਦੇ ਸਾਹਮਣੇ ਮੋਤੀ ਪਏ ਨੇ, ਉਹ ਮੋਤੀ ਨਹੀਂ ਖਾਂਦਾ,
ਕੀੜੇ ਮਕੌੜੇ ਚੁਣ ਚੁਣ ਕੇ ਖਾਂਦਾ ਤੇ ਉਹਦੇ ਫੰਗਾਂ ਦੇ ਉੱਤੇ ਵੇਦਾਂ ਦੇ ਸ਼ਲੋਕ ਲਿਖੇ ਹੋਏ ਨੇ। ਅਜੀਬ ਬਾਤ ਦੇਖੀ ਹੈ ਇਹ ਵੀ। ਸੋ ਤੀਸਰਾ ਕਹਿਣ ਲੱਗਿਆ, ਮਹਾਰਾਜ ਮੈਂ ਇਹ ਦੇਖਿਆ ਕਿ ਇੱਕ ਹਾਥੀ, ਉਹਦੇ 2 ਸੁੰਡ ਹੈ, ਉਹਦੇ ਨਾਲ ਇੱਕ ਨਾਲ ਮਾਸ ਖਾਈ ਜਾਂਦਾ ਹੈ ਤੇ ਦੂਸਰੇ ਨਾਲ ਘਾਹ ਖਾਈ ਜਾਂਦਾ ਹੈ, ਕਿਉਂਕਿ ਹਾਥੀ ਤਾਂ ਮਾਸ ਖਾਂਦਾ ਨਹੀਂ ਹੈ। ਚੌਥਾ ਕਹਿਣ ਲੱਗਿਆ, ਮਹਾਰਾਜ ਮੈਂ ਇੱਕ ਚੀਜ਼ ਦੇਖੀ ਕਿ ਇੱਕ ਖੂਹ ਦੇ ਵਿੱਚੋਂ ਪਾਣੀ ਕੱਢਿਆ ਤਾਂ ਡੋਲ ਭਰ ਲਿਆ। ਉਹ ਡੋਲ ਜਿਸ ਨਾਲ ਪਾਣੀ ਕੱਢਿਆ ਤਾਂ ਕਹਿਣ ਲੱਗਾ ਉਹਦੇ ਨਾਲ 10 ਘੜੇ ਭਰ ਲੈ। ਮੇਰੇ ਦੇਖਦੇ ਦੇਖਦੇ ਉਹ ਸਾਰੇ ਘੜੇ ਪਲਟ ਦਿੱਤੇ ਤਾਂ ਉਹ ਡੋਲ ਚੌਥਾ ਹਿੱਸਾ ਵੀ ਨਾ ਭਰਿਆ। ਪਾਣੀ ਕਿੱਧਰ ਚਲਾ ਗਿਆ ਮਹਾਰਾਜ? ਤਾਂ ਪੰਜਵਾਂ ਯੁਧਿਸ਼ਟਰ ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਇਹ ਦ੍ਰਿਸ਼ ਦਿਖਾਈ ਦਿੱਤਾ ਕਿ ਇੱਕ ਪਰਬਤ ਦੀ ਟੀਸੀ ਤੋਂ, ਚੋਟੀ ਤੋਂ ਬਹੁਤ ਵੱਡਾ ਪੱਥਰ ਰੁੜਿਆ ਵੀ ਏਡੇ ਜ਼ੋਰ ਨਾਲ ਕਿ ਦਰਖਤਾਂ ਦੀ ਜਿਵੇਂ ਤੂੜੀ ਬਣਾ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਬਣਾਉਂਦਾ ਆਉਂਦਾ ਬੜੇ ਬੜੇ ਦਰਖਤਾਂ ਦੀ। ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਜਿਸ ਵਕਤ ਖੱਡ ਵਿੱਚ ਡਿੱਗਣ ਲੱਗਾ ਤਾਂ ਉੱਥੇ ਇੱਕ ਘਾਹ ਦਾ ਛੋਟਾ ਜਿਹਾ ਤਿਨਕਾ ਸੀ, ਉਹਨੇ ਰੋਕ ਲਿਆ। ਹੁਣ ਮਹਾਰਾਜ ਸਾਡੇ ਸਮਝ 'ਚ ਨਹੀਂ ਆਉਂਦੀ ਕੋਈ ਗੱਲ। ਅਜੀਬ ਬਾਤਾਂ ਦੇਖੀਆਂ ਤਾਂ ਕਹਿੰਦੇ ਇਹੀ ਅਜੀਬ ਬਾਤਾਂ ਕਲਯੁਗ ਦੇ ਵਿੱਚ ਹੋਣਗੀਆਂ। ਪਹਿਲੇ ਜ਼ਮਾਨੇ ਵਿੱਚ ਜਿੱਥੇ ਲੜਕੀ ਵਿਆਹੀ ਹੁੰਦੀ ਸੀ ਉੱਥੇ ਕੋਈ ਪਾਣੀ ਨਹੀਂ ਸੀ ਪੀਆ ਕਰਦਾ। ਹੁਣ ਤਾਂ ਕਹਿੰਦੇ ਨੇ ਕਿ ਖਾਣ ਪੀਣ ਹੀ ਉੱਥੇ ਹੈ, ਨਾ ਕੋਈ ਲੜਕੀ ਦੀ ਕਮਾਈ ਕੋਈ ਖਾਂਦਾ ਸੀ। ਕਹਿੰਦੇ ਇਹੋ ਜਿਹਾ ਸਮਾਂ ਆਵੇਗਾ। ਦੂਸਰੇ ਨੂੰ ਕਹਿਣ ਲੱਗੇ, ਜੋ ਤੁਸੀਂ ਹਾਥੀ ਦੇਖਿਆ ਉਹ ਇਹ ਹੈ ਕਿ ਜਿਹੜਾ ਸ਼ਾਸਕ ਹੋਏਗਾ ਕਲਯੁਗ ਦੇ ਅੰਦਰ, ਕਚਹਿਰੀ ਦੇ ਵਿੱਚ ਬੈਠ ਕੇ ਫੈਸਲੇ ਕਰਨ ਵਾਲਾ, ਕਹਿੰਦੇ ਦੋਹਾਂ ਪੱਖਾਂ ਤੋਂ ਰਿਸ਼ਵਤ ਲੈ ਲਿਆ ਕਰੇਗਾ ਤੇ ਕੰਮ ਕਿਸੇ ਦਾ ਨਹੀਂ ਕਰਿਆ ਕਰੇਗਾ। ਤੀਸਰੇ ਨੂੰ ਕਹਿਣ ਲੱਗੇ ਕਿ ਜਿਹੜੇ ਪ੍ਰਚਾਰਕ ਹੋਣਗੇ, ਜੋ ਕਲਯੁਗ ਦੇ ਵਿੱਚ ਲੋਕਾਂ ਨੂੰ ਮੱਤ ਦੇਣਗੇ, ਉਹਨਾਂ ਦੇ ਬੜਾ ਕੁਝ ਯਾਦ ਹੋਏਗਾ, ਜਵਾਨੀ ਯਾਦ ਹੋਏਗਾ। ਉਹ ਵਿਸ਼ੇ ਵਿਕਾਰ ਕਰਨਗੇ, ਆਪ ਹੀ ਨਹੀਂ ਕਰਨਗੇ, ਲੋਕਾਂ ਨੂੰ ਵੀ ਕਹਿਣਗੇ ਕਿ ਕੋਈ ਨਹੀਂ, ਖਾਓ ਮਾਸ ਸ਼ਰਾਬ ਦਾ ਕੋਈ ਦੋਸ਼ ਨਹੀਂ ਹੈ। ਕਹਿੰਦੇ ਆਪ ਕਰਨਗੇ ਤੇ ਦੁਨੀਆ ਨੂੰ ਕਹਿਣਗੇ, ਉਲਟੇ ਰਸਤੇ ਪਾਉਣਗੇ। ਆਪਾਂ ਬਹੁਤ ਸਾਰੇ ਦੇਖਦੇ ਹਾਂ ਗੁਰਮੁਖ ਹੋ ਕੇ ਮਾੜੇ ਕੰਮ ਕਰਦੇ ਨੇ, ਪਰ ਸਾਰੇ ਨਹੀਂ। ਸੋ ਗੱਲ ਆਪਾਂ ਸਿਰਫ ਸਮਝਣੀ ਹੈ। ਸੰਤਾਂ ਮਹਾਂਪੁਰਖਾਂ ਨੇ ਆਪਾਂ ਨੂੰ ਗੱਲ ਸਮਝਾਉਣ ਵਾਸਤੇ ਸਾਖੀ ਸੁਣਾਈ ਹੈ ਜੀ, ਤਾਂ ਆਪ ਜੀ ਸਰਵਣ ਕਰਨਾ। ਚੌਥੇ ਨੂੰ ਕਹਿਣ ਲੱਗੇ, ਪਹਿਲੇ ਯੁੱਗਾਂ ਦੇ ਵਿੱਚ ਇੱਕ ਬੰਦਾ ਕਮਾਉਂਦਾ ਸੀ, ਇੰਨਾ ਸੱਤਿਆ ਸੰਤੋਖ ਸੀ ਕਿ 10 ਬੰਦੇ ਬੈਠ ਕੇ ਖਾਂਦੇ ਸੀ। ਹੁਣ 10 ਕਰਨਗੇ, ਇੱਕ ਦਾ ਪੇਟ ਨਹੀਂ ਭਰਨਾ। ਦੇਖ ਲਓ, ਕਿਸੇ ਨੂੰ ਰੱਜ ਨਹੀਂ ਆਉਂਦਾ, ਸਾਰੇ ਕੰਮ ਕਰਦੇ ਹਨ। ਪੰਜਵੇਂ ਨੂੰ ਕਹਿਣ ਲੱਗੇ ਕਿ ਯੁਧਿਸ਼ਟਰ, ਤੈਨੂੰ ਕਲਯੁਗ ਨੇ ਨਾਲ ਹੀ ਇਹ ਜੁਗਤੀ ਦੱਸ ਦਿੱਤੀ ਕਿ ਇਹਨੇ ਅੰਧਕਾਰ ਦੇ ਵਿੱਚ ਵੀ ਜੀਵ ਕਿਵੇਂ ਤਰੇਗਾ। ਤਾਂ ਕਹਿਣ ਲੱਗਾ, ਮਹਾਰਾਜ ਮੇਰੇ ਤਾਂ ਸਮਝ ਨਹੀਂ ਆਈ ਇਹ ਗੱਲ। ਤਾਂ ਕਹਿਣ ਲੱਗੇ, ਪਾਪਾਂ ਦਾ ਪਹਾੜ ਟੁੱਟ ਜਾਏਗਾ ਕਲਯੁਗ ਦੇ ਅੰਦਰ, ਪਰ ਇਹ ਜਿਹੜਾ ਤਿਨਕਾ ਤੈਨੂੰ ਦਿਖਾਈ ਦਿੱਤਾ, 4 ਅੱਖਰਾਂ ਦਾ ਨਾਮ ਵਾਹਿਗੁਰੂ, 3 ਅੱਖਰਾਂ ਦਾ ਗੋਬਿੰਦ, 2 ਅੱਖਰਾਂ ਦਾ ਰਾਮ, ਅੱਲਾ ਇੱਕੋ ਹੀ ਨਾਮ ਹੈ।
ਸਾਰੇ ਨਾਮ ਪਵਿੱਤਰ ਨੇ, ਸਾਰੇ ਪਰਮੇਸ਼ਰ ਨੂੰ ਮਿਲਾਉਣ ਦੀ ਸਮਰੱਥਾ ਰੱਖਦੇ ਨੇ, ਤਾਂ ਕਹਿਣ ਲੱਗੇ ਕਿ ਇਹ ਨਾਮ ਜਿਹੜਾ ਹੈ ਸਾਰੇ ਪਾਪਾਂ ਦਾ ਖਾਤਮਾ ਕਰੇਗਾ। ਕਹਿਣ ਲੱਗੇ ਮਹਾਰਾਜ ਕਿੰਨਾ ਚਿਰ ਲੱਗੂਗਾ ਖਾਤਮਾ ਕਰਨ ਨੂੰ? ਕਹਿੰਦੇ ਕਿੰਨਾ ਚਿਰ, ਇਹ ਤਾਂ ਐਸੀ ਚੀਜ਼ ਹੈ ਕਲਯੁਗ ਦੇ ਅੰਦਰ ਕਿ ਇੱਕ ਚਿੱਤ ਹੋ ਕੇ ਇੱਕ ਛਿਨ ਧਿਆਏ, ਕਾਲ ਫਾਸ ਕੇ बीच ना आयो। ਇੱਕ ਛਿਨ ਧਿਆਇਓ, ਕਾਲ ਫਾਸ ਕੇ बीच ना आयो। ਜਿਸਨੇ ਇੱਕ ਵਾਰੀ ਵੀ ਕਹਿ ਦਿੱਤਾ ਇੱਕੋ ਸਵਾਸ ਨਾਲ, ਉਹ ਵੀ ਕਾਲ ਦੀ ਫਾਹੀ ਚ ਉਸ ਗਲ ਵਿੱਚੋਂ ਨਿਕਲ ਜਾਵੇਗੀ। ਇੰਨੀ ਵੱਡੀ ਤਾਕਤ ਹੈ ਉਸ ਪਰਮਾਤਮਾ ਦੇ ਨਾਮ ਦੇ ਵਿੱਚ। ਸੋ ਗੁਰੂ ਪਿਆਰਿਓ, ਹਰ ਵਕਤ ਉਸ ਮਾਲਕ ਦਾ ਸਿਮਰਨ ਚੇਤੇ ਕਰੋ, ਉਹਦੀ ਯਾਦ ਚ ਰਹੋ ਹਰ ਪਲ। ਪਤਾ ਨਹੀਂ ਕਿ ਜੋ ਵੀ ਸਵਾਸ ਹੈ ਕਿਹੜਾ ਆਖਰੀ ਸਵਾਸ ਹੋਵੇ, ਜੋ ਸਵਾਸ ਆਉਂਦਾ ਹੈ ਉਹ ਮੁੜਨਾ ਹੈ ਜਾਂ ਨਹੀਂ, ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਕਿਸ ਵੇਲੇ, ਕਿਹੜੇ ਸਮੇਂ, ਕਿੱਥੇ, ਕਦੋਂ, ਕਿਸ ਤਰ੍ਹਾਂ ਆਪਣੇ ਸਵਾਸ ਮੁੱਕਣੇ ਹਨ। ਸੋ ਇਸ ਕਰਕੇ ਆਪਾਂ ਨੂੰ ਬਹੁਤ ਹੀ ਨੇਕ ਇਨਸਾਨ ਬਣ ਕੇ ਉਸ ਪਰਮਾਤਮਾ ਦੀ ਯਾਦ ਵਿੱਚ ਹਮੇਸ਼ਾ ਰਹਿਣਾ ਚਾਹੀਦਾ ਹੈ। ਕਿਸੇ ਨੂੰ ਦੁੱਖ ਨਾ ਦਿਓ। ਸੋ ਆਪਾਂ ਉਸ ਮਾਲਕ ਦੀ ਯਾਦ ਵਿੱਚ ਹਰ ਪਲ ਕੰਮ ਕਰਦੇ ਸਮੇਂ ਵੀ ਉਸ ਮਾਲਕ ਵੱਲ ਖਿਆਲ ਰੱਖਣਾ, ਅੰਦਰੋਂ ਉਸ ਮਾਲਕ ਨੂੰ ਚੇਤੇ ਰੱਖੋ। ਸੋ ਜਿਸ ਨਾਲ ਆਪਣਾ ਜੀਵਨ ਜੋ ਹੈ ਉਹ ਬਹੁਤ ਹੀ ਚੰਗਾ ਜੀਵਨ ਬਦਲ ਜਾਵੇਗਾ, ਚੰਗੇ ਪਾਸੇ ਲੱਗ ਜਾਵੇਗਾ। ਸੋ ਜੇਕਰ ਮਾੜੇ ਕੰਮ ਕਰਦੇ ਆ, ਮਾੜੇ ਕਰਮ ਕਮਾਉਂਦੇ ਆ, ਸਵਾਸ ਨਿਕਲ ਗਏ ਤਾਂ ਬਹੁਤ ਦੁੱਖ ਝੱਲਣੇ ਪੈਂਦੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦਾ ਕੋਟ ਕੋਟ ਧੰਨਵਾਦ ਹੈ, ਜਿਨ੍ਹਾਂ ਵੀ ਪ੍ਰੇਮੀਆਂ ਨੇ, ਸੰਗਤਾਂ ਨੇ ਕਥਾ ਵਿਚਾਰ ਸਰਵਣ ਕੀਤੀ ਹੈ। ਪਰਮਾਤਮਾ ਉਹ ਰੱਬ, ਉਹ ਮਾਲਕ ਆਪ ਜੀ ਸਾਰਿਆਂ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖੇ, ਆਪ ਜੀ ਦੀ ਹਾਜ਼ਰੀ ਦਰ ਪ੍ਰਵਾਨ ਕਰੇ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੇ। ਆਪ ਜੀ ਬਾਰ-ਬਾਰ ਕਥਾ ਸਰਵਣ ਕਰਿਆ ਕਰੋ, ਸਤ ਸੰਗਤ ਕਰਿਆ ਕਰੋ, ਸੁਣਿਆ ਕਰੋ, ਗੁਰਬਾਣੀ ਸੁਣਿਆ ਕਰੋ, ਜਿਸ ਨਾਲ ਮਨ ਨੂੰ ਬਹੁਤ ਠੋਕਰ ਲੱਗਦੀ ਹੈ, ਗਿਆਨ ਪ੍ਰਾਪਤ ਹੁੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਪੜ੍ਹਦੇ ਆ, ਵਿਚਾਰਾਂ ਕਰਦੇ ਆ, ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਜੀ ਨੇ ਅਣਜਾਣ ਸਮਝ ਕੇ, ਬੱਚਾ ਸਮਝ ਕੇ ਮਾਫ ਕਰ ਦੇਣਾ ਜੀ। ਸੋ ਇੰਨੀ ਹੀ ਸੇਵਾ ਪ੍ਰਵਾਨ ਕਰਨੀ ਜੀ। ਜੈ ਗੁਰਦੇਵ, ਧੰਨ ਗੁਰਦੇਵ।